ਸਿੱਖ ਦੀ ਪੱਗ ਲਾਉਣ ਲਈ ਸਾਰੇ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਜਿਹੜੇ ਸਿੱਖਾਂ ਨੇ ਇਸ ਭਾਰਤ ਮਾਤਾ ਨੂੰ ਮੱਥਾ ਟੇਕਿਆ ਹੋਇਆ, ਜਿਹੜੀ ਇਹਨਾਂ ਦਾ ਖੁਰਾ ਖੋਜ ਮਟਾਉਣਾ ਚਾਹੁੰਦੀ ਹੈ, ਉਹਨਾਂ ਦਾ ਕੋਈ ਸਮਝ ਹੀ ਨਹੀਂ ਆਉਂਦੀ। ਪਰ ਇਸ ਮੌਕੇ ਅਗਲੇ ਦਮਦਮੀ ਟਕਸਾਲ ਦੇ ਮੁਖੀ ਬਾਬੇ ਧੁੰਮੇ ਨੂੰ ਹੀ ਲੈ ਹੁਣ ਤਾਂ ਦਮਦਮੀ ਟਕਸਾਲ ਨਾਲ ਸੰਬੰਧਿਤ ਰਹੇ ਸਿੱਖਾਂ ਲਈ ਵੀ ਔਖਾ ਹੁੰਦਾ ਜਾ ਰਿਹਾ। ਜਿਹੜੀਆਂ ਗੱਲਾਂ ਟਕਸਾਲੀ ਸਿੰਘਾਂ ਨੂੰ ਮਹਿਤਾ ਚੌਂਕ ਰੱਖ ਕੇ ਪੜ੍ਹਾਈਆਂ ਸਿਖਾਈਆਂ ਜਾਂਦੀਆਂ ਰਹੀਆਂ ਨੇ, ਉਹ ਜਿਹੜਾ ਨਿਆਰਾ ਪਾਣਾ, ਜਿਹੜਾ ਤਤ ਗੁਰਮਤ ਦੀ ਗੱਲ ਆ, ਜਿਹੜਾ ਸਿੱਖ ਫਲਸਫੇ ਤੇ ਝੰਡੇ ਚਲਾਉਣ ਦੀ ਗੱਲ ਆ, ਉਹ ਤਾਂ ਖਤਮ ਹੀ ਹੋ ਗਈ। ਉਹ ਤਾਂ ਭਗਵੇਂ ਬ੍ਰਿਗੇਡ ਵਾਲੇ ਪਾਸੇ ਨੂੰ ਬਾਬਾ ਜੀ ਲੈ ਗਏ ਗੱਲ ਸਾਰੀ ਖਿੱਚ ਕੇ। ਟਕਸਾਲੀ ਜਿਹੜਾ ਲੀਡਰ ਹੈ, ਉਹਦੀ ਵੀ ਇੱਕ ਖਾਸੀਅਤ ਹੁੰਦੀ ਸੀ ਕਿ ਉਹ ਪੰਥ ਨੂੰ, ਕੌਮ ਨੂੰ ਸਮਰਪਿਤ ਸ਼ਖਸੀਅਤ ਹੋ। ਪਰ ਬਾਬੇ ਧੁੰਮੇ ਨੇ ਨਵੀਂ ਤਰ੍ਹਾਂ ਦੇ ਅਕਾਲੀ ਦੀ ਥਾਂ ਤੇ ਭਾਜ ਪਈ, ਟਕਸਾਲੀ ਭਾਜ ਪਈ। ਪਰ ਬਾਬਾ ਤੇ ਉਹਦੇ ਚੇਲੇ ਬਾਲ ਕੇ ਕਹਿੰਦੇ ਆ ਜੀ, ਸਾਨੂੰ ਨਹੀਂ ਪਤਾ ਕੌਮ ਦਾ ਇਤਿਹਾਸ ਕੀ ਆ, ਫਲਸਫਾ ਕੀ ਆ, ਸਿਧਾਂਤ ਕੀ ਆ, ਸਾਨੂੰ ਨਹੀਂ ਪਤਾ, ਕੌਮ ਗੁੱਸੇ 'ਚ ਰਹੂਗੀ ਕਿ ਸਾਨੂੰ ਤਾਂ ਇਹ ਆ ਕਿ ਜੀ ਤੁਸੀਂ ਹੁਣ ਬਸ ਭਾਜਪਾ ਜਿੰਦਾਬਾਦ ਕਰਨੀ ਆ ਤੇ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਇੱਥੇ ਤਾਂ ਟਕਸਾਲ ਦਾ ਇਹ ਸੀ ਕਿ ਇੱਥੋਂ ਗੁਰਮਤ ਦੇ ਗਿਆਤਾ, ਬਾਣੀ ਤੇ ਬਾਣੇ ਵਾਲੇ ਤੇ ਆ ਜਿਹੜੀ ਨਵੀਂ ਪੈਦਾਵਾਰ, ਉਹਨਾਂ ਨੇ ਹੋਰਾਂ ਨੂੰ ਤਾਂ ਕੀ, ਜਿਹੜੇ ਟਕਸਾਲ ਦੇ ਵਿੱਚੋਂ ਨਿਕਲੇ ਹੋਏ ਸਿੰਘ ਨੇ, ਜਿਹੜੇ ਵਿਰੋਧ ਕਰਦੇ ਨੇ ਕਿ ਬਾਬਾ ਜੀ ਤੁਸੀਂ ਟਕਸਾਲ ਦਾ ਨਾਂ ਖਰਾਬ ਕਰ ਰਹੇ, ਉਹ ਉਹਨਾਂ ਨੂੰ ਭੰਡੀ ਜਾਂਦੇ। ਸੋ ਜੇ ਦਮਦਮੀ ਟਕਸਾਲ ਵਰਗੀ ਸੰਸਥਾ ਦੇ ਮੁਖੀ ਨੇ ਭਗਵੇਂ ਬ੍ਰਿਗੇਡ ਨਾਲ ਹੱਥ ਮਿਲਾ ਕੇ ਸਿੱਖੀ ਦੇ ਨਿਆਰੇਪਣ ਦੇ ਉੱਤੇ ਦਾਗ ਲਾ ਕੇ ਖਾਲਿਸਤਾਨ ਦੇ ਰਾਹ ਨੂੰ ਤਿਆਗ ਕੇ ਕੁਝ ਹੋਰ ਹੀ ਕਰਨਾ ਸ਼ੁਰੂ ਕਰਤਾ, ਤੇ ਫਿਰ ਦੁਸ਼ਮਣ ਨੂੰ ਤਾਂ ਚਾਹ ਚੜੂਗਾ ਹੀ ਕਿ ਬਾਕੀ ਖਾਲਿਸਤਾਨੀਆਂ ਨੂੰ ਜਾਂ ਬਾਕੀ ਸਿੱਖਾਂ ਨੂੰ ਅਸੀਂ ਕੀ ਜਾਣਦੇ ਹਾਂ। ਨਾ ਤਾਂ ਇਹ ਖਾਲਿਸਤਾਨ ਦਾ ਸੰਘਰਸ਼ ਜਾਂ ਖਾਲਸਾਈ ਸਿਧਾਂਤ ਕਿਸੇ ਖਾਸ ਬੰਦੇ ਦੀ ਮਥਾਜ ਨੇ, ਨਾ ਇਹ ਖਾਸ ਸ਼ਖਸੀਅਤ ਦੇ ਮਥਾਜ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਾਹਮਣਵਾਦੀ ਭਗਵੇਂ ਬ੍ਰਿਗੇਡ ਦੇ ਵੱਲੋਂ ਮੋਦੀ ਸਰਕਾਰ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਬਦਲਣ ਦੇ ਯਤਨਾਂ ਦੇ ਤਹਿਤ ਜੋ ਕੁਝ ਹੋ ਰਿਹਾ, ਉਹਦੇ ਇੱਕ ਹੋਰ ਕਦਮ ਦੇ ਤਹਿਤ ਮੋਦੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਭਾਰਤ ਵਿੱਚ ਜਦੋਂ ਵੀ ਕਿਤੇ ਕੋਈ ਸਭਾ ਸਮਾਗਮ ਹੋਇਆ ਕਰੂ, ਉੱਥੇ ਜਿਵੇਂ ਪਹਿਲਾਂ ਬੰਦੇ ਮਾਤਰਮ ਫਿਲਮਾਂ ਸਿਨੇਮਿਆਂ ਦੇ ਵਿੱਚ ਵਜਾਇਆ ਜਾਂਦਾ ਜਾਂ ਹੋਰਨਾਂ ਥਾਵਾਂ ਤੇ ਵਜਾਇਆ ਜਾਂਦਾ, ਤੇ ਉਵੇਂ ਹੀ ਹੁਣ ਬੰਦੇ ਮਾਤਰਮ ਵੀ ਜਿਹੜਾ ਹੈਗਾ ਉਹ ਵਜਾਉਣਾ ਪਿਆ ਕਰੂ। ਯਾਨੀ ਕਿ ਬੰਦੇ ਮਾਤਰਮ ਤੇ ਜਨ ਗਣ ਮਨ ਤੇ ਖੜਾ ਰਹਿਣਾ ਉਸ ਟਾਈਮ। ਤੇ ਇਸ ਤਰੀਕੇ ਨਾਲ ਜਿਵੇਂ ਕਿਹਾ ਜਾਂਦਾ ਵੀ ਹਿਟਲਰ ਨੇ ਜਰਮਨ ਦੇ ਵਿੱਚ ਬੜਾ ਕੁਛ ਕੀਤਾ ਸੀ, ਉਵੇਂ ਦੀਆਂ ਇੱਥੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਦੇਸ਼ ਦੇ ਲੋਕਾਂ ਅੰਦਰ ਫਿਰ ਦੇਸ਼ ਭਗਤੀ ਪੈਦਾ ਕਰਨੀ ਆ। ਇਹੋ ਜਿਹੇ ਕਈ ਟਕਵੰਜ ਪਹਿਲਾਂ ਕਾਂਗਰਸ ਸਰਕਾਰ ਵੀ ਬੀਤੇ ਦੌਰ 'ਚ ਕਰਦੀ ਰਹੀ ਆ, ਤੇ ਬੀਜੇਪੀ ਨੇ ਤਾਂ ਫਿਰ ਇਸ ਮਾਮਲੇ ਦੇ ਵਿੱਚ ਹਿੰਦੂਤਵਾ ਨੂੰ ਵੀ ਨਾਲ ਜੋੜਿਆ ਹੋਇਆ। ਭਾਰਤ ਦੇ ਵਿੱਚ ਫਿਲਮਾਂ ਦੇ ਰਾਹੀਂ ਇਹੋ ਜਿਹਾ ਮਾਹੌਲ ਸਿਰਜਣਾ ਕਿ ਲਓ ਜੀ ਦੇਸ਼ ਭਗਤ ਆ ਹੀਰੋ, ਤੇ ਉਹਨੇ ਫਿਰ ਆਹ ਕਰਤਾ, ਉਹ ਕਰਤਾ। ਇਹ ਸਾਰੇ ਡਰਾਮੇ ਦੇਖ ਦੇਖ ਕੇ ਲੋਕ ਜਿਹੜੇ ਆ ਉਹ ਕਿੰਨੇ ਕੁ ਦੇਸ਼ ਭਗਤ ਬਣੇ ਆ, ਉਹ ਆਪਾਂ ਨੂੰ ਪਤਾ ਹੀ ਹੈ। ਹਾਲਾਂਕਿ ਭਾਰਤ ਵਿੱਚ ਬਹੁਤੀਆਂ ਫਿਲਮਾਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਨਫ਼ਰਤ ਭਰਿਆ ਵਰਤਾਂਤ ਸਿਰਜ ਕੇ ਜਿਹੜਾ ਫਿਲਮ ਦਾ ਹੀਰੋ ਹੁੰਦਾ ਉਹਨੂੰ ਬੜਾ ਵੱਡਾ ਯੋਧਾ ਬਣਾ ਕੇ ਦਿਖਾਉਣ ਦਾ ਯਤਨ ਕੀਤਾ ਜਾਂਦਾ ਕਿ ਦੇਸ਼ ਭਗਤ ਬਣੋ ਤੇ ਇਸ ਹੀਰੋ ਵਾਂਗੂ ਪਾਕਿਸਤਾਨ ਦੇ ਪਰਖੱਚੇ ਉਡਾ ਦਿਓ। ਪਰ ਹੁੰਦਾ ਕੰਮ ਉਲਟਵਾ। ਆਏ ਦਿਨ ਕੋਈ ਨਾ ਕੋਈ ਭਾਰਤੀ ਛੋਟਾ ਵੱਡਾ ਅਫਸਰ ਪਾਕਿਸਤਾਨ ਨੂੰ ਭਾਰਤ ਦੇ ਜਿਹੜੇ ਖੁਫੀਆ ਰਾਜ ਆ ਉਹ ਵੇਚਦਾ ਫੜਿਆ ਫੁੜਿਆ ਜਾਂਦਾ। ਸੋ ਦੇਸ਼ ਦੋਸ਼ ਭਗਤੀ ਵਾਲਾ ਹਾਲ ਤਾਂ ਇਹ ਹੈ
ਕਿ ਜੇ ਪਾਕਿਸਤਾਨ ਜਾਂ ਕਿਸੇ ਵੀ ਮੁਲਕ ਤੋਂ 4 ਪੈਸੇ ਬਣਦੇ ਹੋਣ ਤਾਂ ਇਸ ਮੁਲਕ ਦੇ ਅਧਿਕਾਰੀ, ਅਫਸਰ, ਲੀਡਰ ਮਤਲਬ ਤਿਆਰ ਬਰ ਤਿਆਰ ਬੈਠੇ ਆ। ਅਸਲ ਵਿੱਚ ਤਾਂ ਗੱਲ ਇਹ ਹੈਗੀ ਆ ਕਿ ਜਿਨ੍ਹਾਂ ਲੋਕਾਂ ਦਾ ਇਸ਼ਟ ਹੀ ਇਸ ਤਰੀਕੇ ਦਾ ਹੋਵੇ, ਭਾਰਤੀ ਹਿੰਦੂ ਪਰੰਪਰਾ ਦੇ ਵਿੱਚ ਪੱਥਰ ਦੇ ਜਾਂ ਕਿਸੇ ਹੋਰ ਚੀਜ਼ ਨੂੰ ਰੱਬ ਮੰਨ ਕੇ ਉਹਦੇ ਮੂਹਰੇ ਅਰਦਾਸਾਂ ਬੇਨਤੀਆਂ ਕਰਨੀਆਂ, ਤੇ ਜਿਵੇਂ ਰੱਬ ਕਰਪਟ ਬੰਦਾ ਹੋਵੇ ਕਿ ਤੂੰ ਮੇਰਾ ਆਹ ਕੰਮ ਕਰ ਦੇ, ਮੈਂ ਤੈਨੂੰ ਆਹ ਚੀਜ਼ ਦਊਂ। ਜਿਨ੍ਹਾਂ ਨੇ ਰੱਬ ਵੀ ਰਿਸ਼ਵਤਖੋਰ ਜਿਹਾ ਸੋਚਿਆ ਹੋਵੇ, ਜਿਨ੍ਹਾਂ ਨੇ ਲਕਸ਼ਮੀ ਨੂੰ, ਪੈਸੇ, ਮਾਇਆ ਨੂੰ, ਧਨ ਦੌਲਤ ਨੂੰ ਦੇਵੀ ਦੇਵਤਿਆਂ ਦੇ ਰੂਪ ਦੇ ਚਿਤਵਿਆ ਹੋਵੇ, ਉਹਨਾਂ ਲੋਕਾਂ ਦਾ ਕੀ ਹੋ ਸਕਦਾ। ਸੋ ਭਾਰਤ ਦੇ ਵਿੱਚ ਇਹ ਬਣਾਉਟੀ ਜਿਹੀਆਂ ਗੱਲਾਂ ਦੇ ਨਾਲ ਦੇਸ਼ ਭਗਤੀ ਜਿਹੜੀ ਆ ਉਹ ਪੈਦਾ ਕਰਨ ਕਰਾਉਣ ਦੇ ਚੱਕਰ ਦੇ ਵਿੱਚ ਪਹਿਲਾਂ ਵੀ ਬੜੇ ਸ਼ੋਸ਼ੇ ਜਿਹੇ ਛੱਡੇ ਜਾਂਦੇ ਰਹੇ ਨੇ ਤੇ ਹੁਣ ਵੀ ਆ। ਸਮੱਸਿਆ ਇਹ ਆ ਕਿ ਇਹ ਸਾਰਾ ਕੁਝ ਕਰਨ ਕਰਾਉਣ ਦੇ ਲਈ ਭਾਗਵੇਂ ਬ੍ਰਿਗੇਡ ਨੇ ਜਿਸ ਤਰੀਕੇ ਨਾਲ ਵਿਰੋਧ ਕਰਨ ਵਾਲੇ ਜਾਂ ਵੱਖਰੀ ਰਾਏ ਰੱਖਣ ਵਾਲੇ ਲੋਕਾਂ ਦੇ ਨਾਲ ਮਾੜਾ ਵਿਹਾਰ ਕਰਨਾ ਹੁੰਦਾ, ਫਿਰ ਰੌਲੇ ਪੈਂਦੇ ਆ, ਉਹ ਇੱਕ ਵੱਖਰਾ ਚੈਪਟਰ ਵਾ। ਅੱਜ ਵੀ ਦਲ ਖਾਲਸਾ ਜਥੇਬੰਦੀ ਵੱਲੋਂ ਫੌਰਨ ਤੌਰ ਤੇ ਇਹਦਾ ਵਿਰੋਧ ਕੀਤਾ ਗਿਆ ਕਿ ਸਿੱਖ ਕੌਮ ਇਹ ਜਿਹੜਾ ਬੰਦੇ ਮਾਤਰਮ ਵਾਲਾ ਜਾਂ ਜਨ ਗਣ ਮਨ ਵਾਲਾ ਚੱਕਰ ਆ ਇਹਦੇ 'ਚ ਨਹੀਂ ਆਊਗੀ। ਇਹ ਬਿਲਕੁਲ ਹੀ ਘੱਟ ਗਿਣਤੀ ਕੌਮਾਂ ਦੇ ਉੱਤੇ ਜਿਹੜੀ ਥੋਪਣ ਵਾਲੀ ਆਪਦੀ ਗੱਲ ਆ, ਇਹ ਮਨਜ਼ੂਰ ਨਹੀਂ ਕੀਤਾ ਜਾਊਗਾ। ਸੋ ਜਿਹੜਾ ਇਹ ਫੈਸਲਾ ਕੀਤਾ ਉਹ ਜਿਨ੍ਹਾਂ ਨੇ ਕੀਤਾ ਉਹ ਜਾਣਨ, ਪਰ ਸਿੱਖ ਕੌਮ ਇਸ ਫੈਸਲੇ ਨੂੰ ਕਦਾਚਿਤ ਨਹੀਂ ਮੰਨੇਗੀ। ਹੁਣ ਕੱਲ ਨੂੰ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਫਤਿਹਗੜ੍ਹ ਸਾਹਿਬ ਸੰਗਤ ਜੁੜਨੀ ਆ, ਉੱਥੇ ਵੀ ਇਸ ਗੱਲ ਦੀ ਚਰਚਾ ਹੋਏਗੀ। ਤੇ 13 ਤਰੀਕ ਨੂੰ ਜਿਹੜਾ ਸ਼ਹੀਦ ਭਾਈ ਦੀਪ ਸਿੱਧੂ, ਸੰਦੀਪ ਸਿੰਘ ਉਰਫ ਦੀਪ ਸਿੱਧੂ, ਉਹਨਾਂ ਦੀ ਚੌਥੀ ਜਿਹੜਾ ਬਰਸੀ ਦੇ ਸੰਬੰਧ ਵਿੱਚ ਚੌਂਕੀ ਮਾਨ ਜਗਰਾਉਂ ਦੇ ਕੋਲ ਸਮਾਗਮ ਹੋ ਰਿਹਾ। 13 ਫਰਵਰੀ ਨੂੰ ਅਖੰਡ ਪਾਠ ਸ਼ੁਰੂ ਹੋਣੇ ਆ, 15 ਨੂੰ ਜਿਹੜਾ ਭੋਗ ਪੈਣਾ। ਸੋ ਇਹਨਾਂ ਸਮਾਗਮਾਂ ਦੇ ਵਿੱਚ ਵੀ ਇਹ ਚਰਚਾ ਹੋਣੀ ਆ। ਸੱਚਾਈ ਤਾਂ ਇਹ ਆ ਕਿ ਜਿੱਥੇ ਜਿੱਥੇ ਵੀ ਕੋਈ ਸਿੱਖ ਜੁੜੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਹੋਰ ਮਸਲਿਆਂ ਦੇ ਉੱਤੇ ਜਿਨ੍ਹਾਂ ਦੇ ਨਾਲ ਸਾਡੀ ਕੌਮ ਨੂੰ, ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਖਤਰਾ ਹੈ, ਉਹ ਚਰਚਾ ਹੁੰਦੀ ਆ, ਉੱਥੇ ਇਸ ਮਸਲੇ ਤੇ ਵੀ ਚਰਚਾ ਹੋਇਆ ਕਰੇਗੀ ਕਿ ਜਨ ਗਣ ਮਨ ਵਾਂਗ ਹੁਣ ਇੱਕ ਨਵਾਂ ਸੱਪ ਕੱਢਿਆ ਕਿ ਜੀ ਤੁਸੀਂ ਬੰਦੇ ਮਾਤਰਮ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇੱਥੇ ਹਰ ਵਾਰੀ 26 ਜਨਵਰੀ ਤੇ 15 ਅਗਸਤ ਨੂੰ ਜਦੋਂ ਚੈਨਲਾਂ ਵਾਲੇ ਕਿਸੇ ਲੀਡਰ ਨੂੰ ਖੜ ਕੇ ਪੁੱਛ ਬੈਠਦੇ ਆ ਕਿ ਸਾਨੂੰ ਜੀ ਸੁਣਾਓ ਤੁਸੀਂ ਜਨ ਗਣ ਮਨ, ਉਹ ਕਿਸੇ ਨੂੰ ਆਉਂਦਾ ਨਹੀਂ। ਤੇ ਜਿਹੜੇ ਭਾਗਵੇਂ ਬ੍ਰਿਗੇਡ ਵਾਲੇ ਨੇ ਉਹਨਾਂ ਦੀ ਤਾਂ ਬਹੁਤੀ ਕੁੱਤੇ ਖਾਣੀ ਹੁੰਦੀ ਆ ਜਦੋਂ ਚੈਨਲ ਦੇ ਉੱਤੇ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਜਨ ਗਣ ਮਨ। ਤੇ ਬੰਦੇ ਮਾਤਰਮ ਕਿਹਨੇ ਗਾ ਲੈਣਾ, ਉਹਦੇ ਤਾਂ ਸ਼ਬਦ ਹੀ ਜਿਹੜੇ ਆ ਉਹ ਬੰਗਾਲੀ ਜਾਂ ਹੋਰ ਬੋਲੀ ਦੇ ਨੇ। ਸਾਡੇ ਇੱਧਰ ਉੱਤਰੀ ਭਾਰਤ ਦੇ ਲੋਕਾਂ ਲਈ ਤਾਂ ਉਹ ਬੜਾ ਔਖਾ ਜਿਹਾ ਸਿਸਟਮ ਹੈ। ਖੈਰ, ਜਿਹੜੀ ਇਹ ਸੋਚ ਆ, ਇਹਨੂੰ ਸੋਚ ਨੂੰ ਫੜਨ ਦੀ ਲੋੜ ਹੈ। ਕੀ ਇਸ ਤਰੀਕੇ ਦੇ ਸ਼ੋਸ਼ਿਆਂ ਜਾਂ ਨਾਲ ਜਾਂ ਧੱਕੇਸ਼ਾਹੀ ਨਾਲ, ਚੇਤੇ ਕਰੋ ਜਦੋਂ ਲਖਪਤ ਰਾਏ ਨੇ ਛੋਟੇ ਘੱਲੂਘਾਰੇ ਤੋਂ ਬਾਅਦ ਲਾਹੌਰ ਪਹੁੰਚ ਕੇ ਇਸੇ ਤਰੀਕੇ ਦੇ ਐਲਾਨ ਕੀਤੇ ਸੀ ਕਿ ਜੀ ਜਿਹੜਾ ਗੁਰੂ ਅੱਖਰ ਆ ਇਹ ਕਿਸੇ ਨੇ ਵਰਤਣਾ ਨਹੀਂ। ਗੁਰੂ ਤਾਂ ਕੀ ਕਹਿੰਦਾ, ਗੁੜ ਅੱਖਰ ਵੀ ਨਹੀਂ ਵਰਤਣਾ, ਰੋੜੀ ਕਹਿ ਲਿਆ ਕਰੋ, ਕੋਈ ਗੁਰਬਾਣੀ ਨਾ ਪੜੋ, ਤੇ ਆਹ ਨਹੀਂ ਉਹ ਨਹੀਂ, ਬੜੀਆਂ ਉਹਨੇ ਆਪਦੇ ਵੱਲੋਂ ਇਹ ਧੱਕੇਸ਼ਾਹੀ ਵਾਲੀਆਂ। ਪਰ ਉਹਦੇ ਨਾਲ ਕੀ ਫਰਕ ਪੈ ਗਿਆ। ਮੈਂ ਇੱਕ ਹੋਰ ਗੱਲ ਇੱਥੇ ਕਰਨੀ ਚਾਹੁੰਦਾ ਕਿ ਸਿੱਖ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ, ਉਹ ਆਪਣੇ ਆਪ ਵਿੱਚ ਇੱਕ ਮੁਕੰਮਲ ਕੌਮ ਦੇ ਰੂਪ ਦੇ ਵਿੱਚ ਹੀ ਬਿਹੇਵ ਕਰ ਰਿਹਾ ਹੁੰਦਾ। ਮੰਨ ਲਓ ਕੋਈ ਸਿੱਖ ਅਮਰੀਕਾ ਦੀ ਫੌਜ ਵਿੱਚ ਹੋਇਆ ਭਰਤੀ, ਜਾਂ ਕੈਨੇਡਾ ਦੀ, ਜਾਂ ਕਿਸੇ ਵੀ ਹੋਰ ਮੁਲਕ ਦੀ, ਉਹ ਆਪਣੇ ਪੂਰੇ ਜਾਹੋ ਜਲਾਲ ਨਾਲ ਆਪਣੇ ਫਰਜ਼ ਨਿਭਾਊਗਾ ਉਸ ਮੁਲਕ ਪ੍ਰਤੀ ਲੜਦਿਆਂ ਹੋਏ। ਹੁਣ ਜਦੋਂ ਅੰਗਰੇਜ਼ ਦਾ ਦੌਰ ਆਇਆ ਤਾਂ ਆਪਣੇ ਬਹੁਤ ਸਾਰੇ ਇਹੋ ਜਿਹੇ ਸਾਕੇ ਦਰਜ ਨੇ ਜਦੋਂ ਹੁਕਮ ਜਿਹੜਾ ਹੈਗਾ, ਫਰਜ਼ ਵਾ ਜਿਹੜਾ ਉਹ ਨਿਭਾਇਆ। ਸਾਰਾਗੜ੍ਹੀ ਦੀ ਗੱਲ ਭਾਵੇਂ ਅੱਜ ਉਹਦੇ ਵੱਖਰੇ ਮਾਹੌਲ ਵਿੱਚ ਅਰਥ ਹੋਰ ਤਰੀਕੇ ਨਾਲ ਵੀ ਕੀਤੇ ਜਾਂਦੇ ਹੈ, ਪਰ ਜਿਹੜਾ ਇਤਿਹਾਸ ਸਿਰਜਿਆ ਉਹ ਕਮਾਲ ਦਾ। ਇਵੇਂ ਹੀ
ਆ ਜਦੋਂ 1947 ਤੋਂ ਬਾਅਦ ਜੰਗਾਂ ਹੋਈਆਂ, ਚਾਹੇ ਚੀਨ ਨਾਲ ਤੇ ਚਾਹੇ ਪਾਕਿਸਤਾਨ ਨਾਲ, ਸ਼ਰੇਆਮ ਸਾਰੀ ਦੁਨੀਆ ਨੂੰ ਪਤਾ ਕਿ ਸਿੱਖਾਂ ਨੇ ਰੱਖ ਵਿਖਾਈ। ਪਾਕਿਸਤਾਨ ਦੇ ਜਰਨੈਲਾਂ ਦੀ ਨਿਊਜ਼ ਕਟਿੰਗ ਇੱਥੇ ਘੁੰਮਦੀ ਆ ਸੋਸ਼ਲ ਮੀਡੀਆ ਤੇ ਕਿ ਭਾਰਤ ਨਾਲ ਜੰਗਾਂ ਅਸੀਂ ਹਾਰੇ ਹੀ ਸਿੱਖਾਂ ਕਰਕੇ। ਜਨਰਲ ਸਵੇਗ ਸਿੰਘ ਦੀ ਗੱਲ ਆ ਜਿਹੜੀ, ਉਹ ਸਭ ਨੂੰ ਪਤਾ ਕਿ ਮੇਜਰ ਜਨਰਲ ਜਗਜੀਤ ਸਿੰਘ ਅਰੋੜਾ ਤੇ ਹੋਰ ਸਿੱਖ ਅਫਸਰਾਂ ਨੇ ਬੰਗਲਾਦੇਸ਼ ਵਿੱਚ ਜਿਹੜੀ ਉਹਦੀ ਡਿਊਟੀ ਲੱਗੀ ਸੀ 71 ਦੀ ਜੰਗ ਮੌਕੇ, ਹੁਣ ਸਿੱਖਾਂ ਨੂੰ ਕਿਸੇ ਦੇਸ਼ ਦੂਸ਼ ਭਗਤੀ ਵਾਲੇ ਜਾਂ ਜਨ ਗਨ ਮਨ ਜਾਂ ਕਿਸੇ ਹੋਰ ਚੱਕਰ ਦੀ ਲੋੜ ਨਹੀਂ ਪੈਂਦੀ। ਸਿੱਖਾਂ ਦੇ ਅੰਦਰ ਪਹਿਲੀ ਪਾਤਸ਼ਾਹੀ ਤੋਂ 10 ਪਾਤਸ਼ਾਹੀ ਤੱਕ ਦਾ ਜਿਹੜਾ ਸਫ਼ਰ ਆ, ਅਗਾਂਹ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੰਦੇਸ਼ ਹੈ, ਇਹ ਸਾਰਾ ਸਿੱਖ ਫਲਸਫਾ ਤੇ ਸਿੱਖ ਇਤਿਹਾਸ ਸਿੱਖ ਦੇ ਅੰਦਰ ਉਹ ਗੁਣ ਪੈਦਾ ਕਰਦੇ ਆ ਵੀ ਕਿਹੜੇ ਤਰੀਕੇ ਨਾਲ ਆਪਣੇ ਕੌਮ, ਆਪਣੀ ਧਰਤੀ, ਆਪਣੇ ਲੋਕਾਂ ਨਾਲ ਨਿਭਣਾ। ਤੋ ਜਿਹੜਾ ਗੱਲਾਂ ਆਪਾਂ ਸੁਣਦੇ ਆਏ ਆ ਕਿ ਜੀ ਲਾਲਾ ਜਦੋਂ ਬੱਸ ਵਿੱਚ ਚੜ੍ਹ ਕੇ ਦੇਖਦਾ ਸੀਗਾ ਕਿ ਕੋਈ ਪੱਗ ਵਾਲਾ ਸਰਦਾਰ ਬੈਠਾ ਤੇ ਉਹ ਆਪਦੀ ਨੂੰਹ ਧੀ ਜਾਂ ਭੈਣ ਨੂੰ ਜਾਂ ਘਰ ਵਾਲੀ ਨੂੰ ਬੱਸ ਵਿੱਚ ਚੜਾ ਕੇ ਬੇਫਿਕਰ ਹੋ ਜਾਂਦਾ ਸੀ। ਤੇ ਮੁਹੱਲੇ ਦੇ ਵਿੱਚ ਜੇ ਇੱਕ ਸਿੱਖ ਸਰਦਾਰ ਦਾ ਪਰਿਵਾਰ ਵਸਦਾ ਹੈ ਤਾਂ ਉਸ ਮੁਹੱਲੇ ਦੇ ਲੋਕ ਆਪਣੇ ਆਪ ਦੇ ਵਿੱਚ ਮੁਕੰਮਲ ਤੌਰ ਤੇ ਸੰਤੁਸ਼ਟ ਰਹਿੰਦੇ ਸੀ ਕਿ ਇੱਥੇ ਸਰਦਾਰ ਰਹਿੰਦਾ। ਇਹ ਜਿਹੜੀਆਂ ਗੱਲਾਂ ਆਪਾਂ ਸੁਣਦੇ ਆਏ ਆ, ਉਹਦੇ ਪਿੱਛੇ ਅਸਲੀ ਜਿਹੜਾ ਤੱਤਵ ਆ ਉਹ ਤਾਂ ਇਹੀ ਹੈ ਨਾ ਕਿ ਸਿੱਖ ਦੇ ਅੰਦਰ ਗੁਰੂ ਸਾਹਿਬਾਨ ਨੇ ਉਹ ਚੀਜ਼ ਦਾਖਲ ਕਰ ਦਿੱਤੀ ਆ ਜਿਹਦੀ ਕਰਕੇ ਉਹਦੇ ਹੁੰਦਿਆਂ ਕਿਸੇ ਨਾਲ ਧੱਕਾ ਨਹੀਂ ਹੋ ਸਕਦਾ, ਕਿਸੇ ਨਾਲ ਵਧੀਕੀ ਨਹੀਂ ਹੋ ਸਕਦੀ, ਕਿਸੇ ਨਾਲ ਬੇਇਨਸਾਫੀ ਨਹੀਂ ਹੋ ਸਕਦੀ। ਸੋ ਬੀਤੇ ਦੌਰ ਦੇ ਇਤਿਹਾਸ ਦੀਆਂ ਬੇਸ਼ੁਮਾਰ ਇਹੋ ਜਿਹੀਆਂ ਕਹਾਣੀਆਂ ਨੇ ਜਦੋਂ ਸਿੱਖਾਂ ਨੇ ਆਪਣਾ ਨੁਕਸਾਨ ਕਰਾ ਕੇ ਵੀ, ਮਤਲਬ ਕਿ ਜਿਹੜਾ ਧੱਕਾ, ਜ਼ੁਲਮ, ਜਬਰ, ਅਤਿਆਚਾਰ ਉਹਦਾ ਵਿਰੋਧ ਕੀਤਾ। ਸਾਡੇ ਸਾਹਮਣੇ ਆ ਪਿਛਲੇ ਦਿਨੀ 2 ਸਾਲ ਪਹਿਲਾਂ ਇੱਕ ਫਿਲਮ ਆਈ ਸੀ ਪਾਣੀਪਤ। ਉਹ ਜਿਹੜੀ ਜੰਗ ਵਾ ਮਰਾਠਿਆਂ ਦੀ ਤੇ ਅਬਦਾਲੀ ਦੀ, ਉਸ ਜੰਗ ਵਿੱਚ ਮਰਾਠੇ ਹਾਰ ਗਏ ਤੇ ਉਸ ਤੋਂ ਬਾਅਦ ਵਿੱਚ ਮੈਦਾਨੇ ਜੰਗ ਵਿੱਚੋਂ, ਦਿੱਲੀ ਚੋਂ ਜਾਂ ਹੋਰ ਥਾਵਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਔਰਤਾਂ ਜਿਹੜੀਆਂ ਨੇ ਅਬਦਾਲੀ ਲੈ ਕੇ ਜਦੋਂ ਤੁਰਦਾ ਹੈ ਇੱਧਰ ਨੂੰ ਅਫਗਾਨਿਸਤਾਨ ਵੱਲ ਨੂੰ, ਤਾਂ ਥਾਂ ਥਾਂ ਦੇ ਉੱਤੇ ਸਿੱਖਾਂ ਨੇ ਉਹ ਔਰਤਾਂ ਨੂੰ ਛੁਡਵਾਉਣ ਲਈ ਆਪਣਾ ਧਰਮ ਨਿਭਾਇਆ। ਤੇ ਇਸ ਗੱਲ ਤੋਂ ਬਾਅਦ ਵਿੱਚ ਅਬਦਾਲੀ ਨੇ ਬਹਿ ਕੇ ਇਹ ਗੱਲ ਆਖੀ ਕਿ ਇਹ ਹੈ ਕੌਣ ਆ, ਮੈਂ ਇਹਨਾਂ ਨੂੰ ਛੱਡਣਾ ਨਹੀਂ। ਸੋ ਜਿਹੜਾ ਵੱਡਾ ਘੱਲੂਘਾਰ ਆ ਉਹਦਾ ਅਸਲੀ ਜਿਹੜਾ ਆਧਾਰ ਆ, ਜਿਹੜਾ ਕਾਰਨ ਆ, ਉਹ ਇਹੀ ਆ ਕਿ ਸਿੱਖਾਂ ਨੇ ਭਾਰਤ ਦੀਆਂ ਹਿੰਦੂ ਔਰਤਾਂ ਦੀ ਪੱਤ ਬਚਾਉਣ ਲਈ ਅਬਦਾਲੀ ਨਾਲ ਪੰਗਾ ਲਿਆ ਸੀ। ਹੋਰ ਵੀ ਕਈ ਕਾਰਨ ਸੀ ਪਰ ਇਹ ਇੱਕ ਕਾਰਨ ਹੈ। ਇਵੇਂ ਹੀ ਨਾਦਰ ਸ਼ਾਹ ਦੇ ਬਾਰੇ ਕਿਹਾ ਜਾਂਦਾ ਕਿ ਨਾਦਰ ਸ਼ਾਹ ਨੇ ਬਾਅਦ ਵਿੱਚ ਪੁੱਛਿਆ ਵੀ ਜਿਨ੍ਹਾਂ ਨੇ ਦਿੱਲੀ ਤੋਂ ਲਾਹੌਰ ਤੱਕ ਮੈਨੂੰ ਟਿਕਣ ਨਹੀਂ ਦਿੱਤਾ, ਜ਼ਕਰੀਆ ਖਾਨ ਮੈਨੂੰ ਦੱਸਦਾ ਸੀ ਇਹ ਹੈ ਕੌਣ। ਕੁੱਲ ਮਿਲਾ ਕੇ ਵਾਰ-ਵਾਰ ਇਤਿਹਾਸ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਆ ਕਿ ਸਿੱਖਾਂ ਨੂੰ ਬੇਸ਼ੱਕ ਬੜੀ ਵੱਡੀ ਕੀਮਤ ਤਾਰਨੀ ਪਈ, ਪਰ ਸਿੱਖਾਂ ਨੇ ਆਪਣਾ ਨੁਕਸਾਨ ਕਰਾ ਕੇ ਵੀ ਜਿਹੜਾ ਸਿਧਾਂਤ ਆ ਜਾਂ ਅਸੂਲ ਆ ਉਹ ਨਹੀਂ ਤਿਆਗਿਆ। ਇਵੇਂ ਹੀ ਇਹ ਗੱਲ ਆ ਕਿ ਜਿਹੜੀ ਧਰਤੀ ਉੱਤੇ ਸਿੱਖ ਬੈਠਾ ਹੁੰਦਾ ਉਹਦੇ ਲਈ ਲੜਨ ਮਰਨ ਮੌਕੇ ਸਿੱਖ ਕੋਈ ਕਸਰ ਨਹੀਂ ਛੱਡਦਾ। ਹੁਣ ਭਾਰਤ ਸਾਡੇ ਤੇ ਕਿੰਨੇ ਜ਼ੁਲਮ ਕਰਦਾ ਹੈ, ਭਾਰਤ ਸਾਡਾ ਕਿੰਨਾ ਬੁਰਾ ਹਾਲ ਕੀਤਾ ਹੋਇਆ ਇੰਡੀਅਨ ਸਿਸਟਮ ਨੇ। ਕਦੇ ਸਿੱਖਾਂ ਨੂੰ ਹਿੰਦੂ ਕਹਿ ਰਿਹਾ, ਕਦੇ ਸਿੱਖਾਂ ਦੇ ਜਿਹੜੇ ਕੇਂਦਰੀ ਸਾਡੇ ਅਸਥਾਨ ਨੇ ਸਾਡੇ ਦਿਲ ਤੇ ਜਾਣੀ ਕਿ ਵਾਰ ਕੀਤਾ। ਪਰ ਸਿੱਖ ਫੌਜੀਆਂ ਨੇ ਆ ਚਾਹੇ ਗਲਵਾਨ ਘਾਟੀ 'ਚ ਚਾਈਨਾ ਨਾਲ ਪੰਗਾ ਪਿਆ ਤੇ ਚਾਹੇ ਕਾਰਗਿਲ, ਸਭ ਤੋਂ ਵੱਧ ਜਿਹੜੇ ਸ਼ਹਾਦਤਾਂ ਨੇ ਫੌਜ ਦੇ ਵਿੱਚ ਰਹਿੰਦਿਆਂ ਹੋਈਆਂ ਭਾਰਤੀ ਫੌਜ ਵੱਲੋਂ ਲੜਦੀਆਂ ਉਹ ਸਿੱਖਾਂ ਦੀਆਂ ਨੇ। ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਉੱਠਿਆ ਤੇ ਇਹ ਜਵਾਬ ਆਇਆ ਕਿ ਸਾਰੇ ਭਾਰਤ ਵਿੱਚੋਂ ਸਭ ਤੋਂ ਵੱਧ ਵਾਰ ਵਿਡੋਜ਼, ਜੰਗੀ ਵਿਧਵਾਵਾਂ, ਯਾਨੀ ਕਿ ਉਹਨਾਂ ਫੌਜੀਆਂ ਦੀਆਂ ਘਰ ਵਾਲੀਆਂ ਜਿਹੜੇ ਜੰਗ ਦੇ ਮੈਦਾਨ ਵਿੱਚ
ਸ਼ਹਾਦਤਾਂ ਪਾ ਗਏ। ਉਹ ਕਿਹੜੇ ਸੂਬੇ 'ਚ ਆ? ਉਹ ਕਹਿੰਦੇ ਜੀ ਪੰਜਾਬ 'ਚ। ਹੁਣ ਜਿਹੜੇ ਸੂਬੇ ਬੜੇ ਖੱਬੀ ਖਾਨ ਬਣੇ ਫਿਰਦੇ ਆ, ਸਾਰੇ ਭਾਰਤ ਦੀ ਕਿਸਮਤ ਦੇ ਮਾਲਕ ਬਣੇ ਫਿਰਦੇ ਆ, ਖਾਸ ਤੌਰ ਤੇ ਗੁਜਰਾਤ, ਇਹਨਾਂ ਖਿੱਤਿਆਂ ਦੇ ਲੋਕਾਂ ਨੂੰ ਬੜਾ ਇਸ ਗੱਲ ਤੇ ਸ਼ਰਮ ਆਈ। ਪਰ ਇਹ ਗੱਲ ਬੜੀ ਪੱਕੀ ਆ ਕਿ ਉਲਟਾ ਉਹਨਾਂ ਨੇ ਸਿੱਖਾਂ ਨੂੰ ਹੋਰ ਜਲੀਲ ਕਰਨ ਵਾਲੇ ਕੰਮ ਜਿਹੜੇ ਆ ਕੀਤੇ। ਕੁੱਲ ਮਿਲਾ ਕੇ ਆ ਜਿਹੜੇ 51 ਜਿਹਾਂ ਨਾਲ ਦੇਸ਼ ਭਗਤੀ ਪੈਦਾ ਕਰਦੇ ਫਿਰਦੇ ਆ, ਇਹ ਬੇਅਰਥ ਨੇ। ਕਿਸੇ ਕੌਮ ਦੇ ਅੰਦਰ ਸੁਭਾਵਿਕ ਤੌਰ ਤੇ ਜਾਂ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜੇ ਗੁਣ ਨੇ ਉਹ ਏਦਾਂ ਨਹੀਂ ਆਉਣੇ। ਆ ਪਿੱਛੇ ਜੇ ਪਿੱਟਦੇ ਸੀਗੇ, ਕਹਿੰਦੇ ਜੀ ਸਿੱਖ ਫੌਜੀ ਨਹੀਂ ਭਰਤੀ ਹੋ ਰਹੇ, ਸਿੱਖ ਫੌਜ ਵਿੱਚ ਸਿੱਖ ਨਹੀਂ ਆ ਰਹੇ। ਇਹ ਸਾਰਾ ਕੁਝ ਇੱਕ ਪਾਸੇ ਹੈ। ਦੂਜੇ ਪਾਸੇ ਜਿਹੜੇ ਇਸ ਸਾਰੀ ਗੇਮ ਦੇ ਪਲੇਅਰਸ ਨੇ ਉਹਨਾਂ ਤੇ ਜੇ ਚਰਚਾ ਕਰੀਏ, ਇੱਕ ਪਾਸੇ ਉਹ ਇੰਡੀਅਨ ਲੋਕ ਨੇ ਜਿਹੜੇ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਲੇ ਸਾਰੇ ਪ੍ਰੋਜੈਕਟ ਨੂੰ ਓਕੇ ਕਰਦੇ ਆ, ਵਿਰੋਧ ਨਹੀਂ ਕਰਦੇ। ਪਹਿਲੇ ਦਿਨ ਤੋਂ ਹੀ ਸਾਨੂੰ ਸਭ ਤੋਂ ਵੱਧ ਤਕਲੀਫ ਉਹਨਾਂ ਲੋਕਾਂ ਦੀ ਆ ਜਿਹੜੇ ਇਸ ਭੈੜੀ ਨੀਚ ਗੰਦੀ ਸੋਚ ਦੇ ਨਾਲ ਖੜੇ ਆ ਕਿ ਸਿੱਖਾਂ ਦਾ ਭੋਗ ਪਾ ਦਿਓ, ਸਿੱਖੀ ਮੁਕਾ ਦਿਓ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾ ਦਿਓ। ਦੂਜੀ ਬਿਰਤੀ ਉਹਨਾਂ ਲੋਕਾਂ ਦੀ ਆ ਜਿਹੜੇ ਮੰਨਦੇ ਆ ਕਿ ਸਿੱਖ ਇੱਕ ਆਜ਼ਾਦ, ਵੱਖਰੀ ਤੇ ਵਿਲੱਖਣ ਕੌਮ ਆ, ਪਰ ਉਹਨਾਂ ਦੀ ਆਵਾਜ਼ ਇੰਨੀ ਪਤਾ ਨਹੀਂ ਕਿੱਥੇ ਲੁਕੇ ਛਿਪੇ ਰਹਿੰਦੇ ਆ, ਜਿਨ੍ਹਾਂ ਨੂੰ ਕਹਿੰਦੇ ਆ ਜੀ ਸਾਰੇ ਭਾਰਤੀ ਥੋੜੀ ਮਾੜੇ ਆ, ਸਾਰੇ ਭਾਰਤੀ ਥੋੜੀ ਗਲਤ ਨੇ, ਬੜੇ ਚੰਗੇ ਨੇ। ਮੈਨੂੰ ਉਹ ਚੰਗੇ ਭਾਰਤੀ ਜਾਂ ਚੰਗੇ ਹਿੰਦੂ ਕਿਤੇ ਲੱਭੇ ਨਹੀਂ। ਹਾਂ, ਕਹਿਣ ਨੂੰ ਉਦਾਹਰਨ ਦੇ ਤੌਰ ਤੇ ਵੀ ਦੇਖੋ ਜੀ 1984 ਚ ਜਦੋਂ ਗਲਾਂ 'ਚ ਟਾਇਰ ਪਾਏ ਜਾ ਰਹੇ ਸੀ, ਉੱਥੇ ਕੁਝ ਲੋਕਾਂ ਨੇ, ਭਾਰਤੀਆਂ ਨੇ ਜਾਂ ਹਿੰਦੂਆਂ ਨੇ ਮਦਦ ਤਾਂ ਕੀਤੀ ਆ ਨਾ ਜੀ। ਉਹ ਇਹ ਤਾਂ ਹਰ ਮੌਕੇ ਮਤਲਬ ਜਿਵੇਂ ਹੁਣ ਥਾਂ ਥਾਂ ਤੇ ਮੁਸਲਮਾਨਾਂ ਤੇ ਭਗਵਾਂ ਬ੍ਰਿਗੇਡ ਅਟੈਕ ਕਰ ਰਿਹਾ, ਤਾਂ ਦੋ ਘਟਨਾਵਾਂ ਇਹਨਾਂ ਦਿਨਾਂ 'ਚ ਵਾਪਰੀਆਂ ਨੇ। ਇੱਕ ਉੱਤਰਾਖੰਡ ਦੇ ਵਿੱਚ ਜਦੋਂ ਇੱਕ ਦੁਕਾਨ ਤੇ ਮੁਸਲਮਾਨਾਂ ਨੂੰ ਘੇਰਿਆ, ਕਹਿੰਦੇ ਵੀ ਤੂੰ ਦੁਕਾਨ ਤੇ ਬਾਬਾ ਕਿਉਂ ਲਿਖਿਆ ਹੋਇਆ? ਸ਼ਾਇਦ ਉਹ ਕੱਪੜਿਆਂ ਦੀ ਦੁਕਾਨ ਸੀ ਬੱਚਿਆਂ ਦੇ, ਜਿਵੇਂ ਗਾਰਮੈਂਟਸ ਦੀ, ਮੁਸਲਮਾਨ ਮੁੰਡੇ ਦੀ, ਕਿਸੇ ਦੀ, ਬਜ਼ੁਰਗ ਦੀ। ਤੇ ਇਹ ਜਿਹੜੇ ਮੁਸਟੰਡਾ ਭਗਵਾਂ ਬ੍ਰਿਗੇਡ ਆ, ਇਹ ਉਹਨੂੰ ਤੰਗ ਕਰਨ ਪਹੁੰਚੇ। ਵੀ ਉਹ ਇੱਕ ਹਿੰਦੂ ਮੁੰਡਾ ਜਿਹੜਾ ਹੈ, ਦੀਪਕ ਉਹਦਾ ਨਾਂ ਦੱਸਿਆ ਜਾਂਦਾ, ਭਾਵੇਂ ਉਹਨੇ ਲਲਕਾਰ ਕੇ ਇਦਾਂ ਹੀ ਕਿਹਾ ਕਿ ਮੈਂ ਦੀਪਕ ਮੁਹੰਮਦ ਨਾਲ, ਕਰੋ ਕੀ ਕਰਦੇ ਹੋ। ਉਹ ਇਹਨਾਂ ਮੂਹਰੇ ਅੜ ਗਿਆ, ਭਜਾ ਤੇ ਉਹਦਾ ਕਾਫੀ ਰੌਲਾ ਪਿਆ ਹੋਇਆ। ਪਰ ਸਾਰੇ ਭਾਰਤ ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਕਹਿਣ ਜੋਗੇ ਤਾਂ ਹੋ ਗਏ ਨਾ ਵੀ ਇੱਕ ਸਾਡੇ ਲਈ ਖੜੇ ਆ। ਪਰ ਉਹ ਇੱਕ ਕੀ ਸਾਰੇ ਭਾਰਤ ਵਿੱਚ ਜਿੱਥੇ ਜਿੱਥੇ ਮੁਸਲਮਾਨਾਂ ਤੇ ਜ਼ੁਲਮ ਹੁੰਦਾ ਉੱਥੇ ਕੋਈ ਉਹੋ ਜਿਹਾ ਦੀਪਕ ਹੈਗਾ? ਨਹੀਂ, ਉਹ ਇੱਕੋ ਹੀ ਆ ਦੀਪਕ। ਇਵੇਂ ਹੀ ਇੱਥੇ ਪੰਜਾਬ ਦੇ ਵਿੱਚ ਦੋ ਬਾਹਮਣਾਂ ਦੇ ਜ਼ਿਕਰ ਹੋ ਰਿਹਾ ਕਿ ਆ ਜਿਹੜਾ ਲੁਧਿਆਣੇ ਵਾਲਾ ਇਮਾਮ ਆ ਪਿਛਲੇ 3 ਦਿਨ ਤੋਂ ਉਹ ਖਬਰ ਘੁੰਮ ਰਹੀ ਆ, ਤੇ ਬਾਹਮਣਾ ਕੋਲ ਮੁਸਲਮਾਨਾਂ ਕੋਲੇ ਪਿੰਡ 'ਚ ਨਮਾਜ਼ ਪੜ੍ਹਨ ਲਈ ਮਸੀਤ ਨਹੀਂ ਸੀ, ਤਾਂ ਬ੍ਰਾਹਮਣਾਂ ਨੇ, ਦੋ ਭਰਾਵਾਂ ਨੇ ਆਪਦੀ ਥਾਂ ਦੇ ਕੇ ਉਹਦੇ 'ਚ ਉਹ ਬਣਾ ਦਿੱਤੀ ਆ ਮਸੀਤ, ਵੀ ਇੱਥੇ ਤੁਸੀਂ ਆਪਦਾ ਕਰ ਲਿਆ ਕਰੋ। ਇਹੋ ਜਿਹੀਆਂ ਗੱਲਾਂ ਸਿੱਖਾਂ ਦੇ ਕੋਲ ਵੀ ਦੱਸਣ ਨੂੰ ਹੈਗੀਆਂ ਨੇ, ਪਰ ਇਹ ਗੱਲਾਂ ਬਿਲਕੁਲ ਹੀ ਐਵੇਂ ਨਾ ਮਾਤਰ ਜਿਹੀਆਂ ਨੇ ਵੀ ਆਪਾਂ। ਪਰ ਸਾਰੀ ਦੀ ਸਾਰੀ ਜਿਹੜੀ ਭਾਰਤੀ, ਜਿਵੇਂ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਵੀ ਸਿੱਖ ਦੀ ਪੱਗ ਲਾਉਣ ਲਈ ਸਾਰੇ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਇਹ ਇੱਕ ਗੱਲ ਆ। ਹੁਣ ਆ ਜੋ ਸਾਡੀ ਕੌਮ ਦੀ ਗੱਲ, ਸਾਡੀ ਕੌਮ ਦੇ ਅੰਦਰ ਖਰਬੂਜੇ ਦੀਆਂ ਫਾੜੀਆਂ ਵਾਂਗੂ ਹਰ ਫਾੜੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਅੱਡ ਤਰ੍ਹਾਂ ਦਾ ਰਾਗ ਅਲਾਪ ਰਹੀ ਆ। ਹਜ਼ਾਰਾਂ ਤਰ੍ਹਾਂ ਦੇ ਸਿੱਖ ਜਿਹੜੇ ਆ ਉਹ ਬਣਦੇ ਦਿਖ ਰਹੇ ਨੇ। ਸਾਡੀ 500 ਸਾਲ ਦੀ ਹਜੇ ਉਮਰ ਆ ਸਿੱਖਾਂ ਦੀ, ਸਿੱਖੀ ਦੀ। ਸਾਡਾ ਇਤਿਹਾਸ ਅਜੇ ਪਹਿਲੀ ਪਾਤਸ਼ਾਹੀ ਤੋਂ ਹੁਣ ਜੇ ਆਪਾਂ 500-550 ਸਾਲ ਹੋਏ, ਤੁਸੀਂ ਦੇਖੋ ਕਿੰਨੀ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਬਣਾਤੀ ਹੈ। ਬਹੁਤ ਤਰ੍ਹਾਂ ਦੇ, ਕੋਈ ਕਿੱਧਰ ਨੂੰ ਤੁਰਿਆ ਫਿਰਦਾ। ਜਿਹੜੇ ਸਿੱਖਾਂ ਨੇ ਇਸ ਭਾਰਤ ਮਾਤਾ ਨੂੰ ਮੱਥਾ ਟੇਕਿਆ ਹੋਇਆ, ਜਿਹੜੀ ਇਹਨਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦੀ ਹੈ, ਉਹਨਾਂ ਦਾ ਕੋਈ ਸਮਝ ਹੀ ਨਹੀਂ ਆਉਂਦੀ। ਤੇ ਹੁਣ ਤਾਂ ਸਾਰੀ ਲੜਾਈ ਜਿਹੜੀ ਆਪਾਂ ਅਣਖ ਗੈਰਤ ਦੀ ਜਾਂ ਵੱਖਰੇ ਘਰ ਦੀ ਜਾਂ ਕੌਮ ਦੇ ਵੱਖਰੇ ਸਿਧਾਂਤ ਦੀ ਲੜੀ, ਉਹਦੇ 'ਚ ਦਮਦਮੀ ਟਕਸਾਲ ਦਾ ਮੇਜਰ ਰੋਲ ਰਿਹਾ। ਪਰ ਇਸ ਮੌਕੇ ਅਗਲੇ ਦਮਦਮੀ ਟਕਸਾਲ ਦੇ ਮੁਖੀ ਬਾਬੇ ਧੁੰਮੇ ਨੂੰ ਹੀ ਲੈ ਗਏ। ਉਹ ਦੂਜੇ ਚੌਥੇ ਦਿਨ ਕੋਈ ਨਾ ਕੋਈ ਚੰਦ ਚਾੜ ਦਿੰਦੇ ਆ
ਤੇ ਮੁੜ ਕੇ ਫਿਰ ਬਾਅਦ ਚ ਜਦੋਂ ਸਿੱਖ ਵਿਰੋਧ ਕਰਦੇ ਆ ਤਾਂ ਬਾਬੇ ਦੇ ਸਮਰਥਕ ਬੜਾ ਕਲਪਦੇ ਆ ਕਿ ਤੁਸੀਂ ਸਾਡੇ ਬਾਬਾ ਜੀ ਨੂੰ ਐ ਕਿਹਾ। ਬਾਬਾ ਜੀ ਜਾਂ ਬਾਬਾ ਜੀ ਦੇ ਇਹ ਸਮਰਥਕ ਇਹ ਪਤਾ ਨਹੀਂ ਕਿਉਂ ਨਹੀਂ ਭੁੱਲਦੇ ਵੀ ਇਹੀ ਪੰਥ ਆ ਜਿਨ੍ਹਾਂ ਨੇ ਇਸ ਟਕਸਾਲ ਲਈ ਜਾਂ ਟਕਸਾਲ ਦੇ ਮੁਖੀ ਲਈ ਟੌਪ ਦੀਆਂ ਸਿਰੇ ਦੀਆਂ ਕੁਰਬਾਨੀਆਂ ਕੀਤੀਆਂ ਨੇ। ਤੇ ਅੱਜ ਜੇ ਤੁਸੀਂ ਬੜਾ ਪੋਲਾ ਜਿਹਾ ਮੂੰਹ ਬਣਾ ਕੇ ਉਹ ਸਾਰੇ ਸਿਧਾਂਤ ਨੂੰ, ਉਹ ਸਾਰੇ ਇਤਿਹਾਸ ਨੂੰ ਪਿੱਠ ਦਿਖਾ ਕੇ ਜਿਹੜਾ ਬਾਬਾ ਕਰਤਾਰ ਸਿੰਘ ਤੇ ਬਾਬਾ ਜਰਨੈਲ ਸਿੰਘ ਨੇ ਤੋਰਿਆ, ਤੇ ਇਹ ਕਿੱਧਰ ਜਾਣ ਜੀ ਲੋਕ। ਹੁਣ ਤਾਂ ਦਮਦਮੀ ਟਕਸਾਲ ਨਾਲ ਸੰਬੰਧਿਤ ਰਹੇ ਸਿੱਖਾਂ ਲਈ ਵੀ ਔਖਾ ਹੁੰਦਾ ਜਾ ਰਿਹਾ। ਜਿਹੜੀਆਂ ਗੱਲਾਂ ਟਕਸਾਲੀ ਸਿੰਘਾਂ ਨੂੰ ਮਹਿਤਾ ਚੌਂਕ ਰੱਖ ਕੇ ਪੜ੍ਹਾਈਆਂ ਸਿਖਾਈਆਂ ਜਾਂਦੀਆਂ ਰਹੀਆਂ ਨੇ, ਉਹ ਜਿਹੜਾ ਨਿਆਰਾ ਪਾਣਾ, ਜਿਹੜਾ ਤਤ ਗੁਰਮਤ ਦੀ ਗੱਲ ਆ, ਜਿਹੜਾ ਸਿੱਖ ਫਲਸਫੇ ਤੇ ਝੰਡੇ ਚਲਾਉਣ ਦੀ ਗੱਲ ਆ, ਉਹ ਤਾਂ ਖਤਮ ਹੀ ਹੋ ਗਈ। ਉਹ ਤਾਂ ਭਗਵੇਂ ਬ੍ਰਿਗੇਡ ਵਾਲੇ ਪਾਸੇ ਨੂੰ ਬਾਬਾ ਜੀ ਲੈ ਗਏ ਗੱਲ ਸਾਰੀ ਖਿੱਚ ਕੇ। ਸਿਆਸੀ ਪੱਧਰ ਤੇ ਦੇਖਿਆ ਜਾਵੇ ਤਾਂ ਇੱਕ ਅੱਖਰ ਹੁੰਦਾ ਸੀ ਟਕਸਾਲੀ ਅਕਾਲੀ, ਯਾਨੀ ਕਿ ਉਹ ਅਕਾਲੀ ਜਿਹੜੇ ਦਮਦਮੀ ਟਕਸਾਲ ਨਾਲ ਸੰਬੰਧਿਤ ਪਰਿਵਾਰਾਂ ਚੋਂ ਹੋਣ, ਯਾਨੀ ਕਿ ਦਮਦਮੀ ਟਕਸਾਲ ਤੋਂ ਸਿੱਖਿਆ ਲਈ, ਗੁਰਬਾਣੀ ਪੜ੍ਹੀ ਸੁਣੀ ਤੇ ਬੜੇ ਗੁਰਮਤ ਦੇ ਗਿਆਤਾ ਵੀ, ਬਾਣੀ ਤੇ ਬਾਣੇ ਦੇ ਧਾਰਨੀ ਵੀ। ਇਹੋ ਜਿਹੇ ਬਹੁਤ ਸਾਰੇ ਅਕਾਲੀ ਸਭਾ ਦੇ ਵਿੱਚ ਲੀਡਰ ਹੋਏ ਆ ਜਿਨ੍ਹਾਂ ਨੂੰ ਟਕਸਾਲ ਦੇ ਨਾਲ ਸੰਬੰਧਿਤ ਹੋਣ ਕਰਕੇ ਟਕਸਾਲੀ ਅਕਾਲੀ ਕਿਹਾ ਜਾਂਦਾ ਸੀ। ਔਰ ਉਹਨਾਂ, ਜਿਵੇਂ ਆਪਾਂ ਕੱਲ ਵੀ ਗੱਲ ਕਰਦੇ ਸੀ ਬਈ, ਜਿਹੜੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੋਕ ਸੰਗਤ ਮੰਗ ਕਰਦੀ ਹੁੰਦੀ ਸੀ ਵੀ ਕੋਈ ਟਕਸਾਲ ਦਾ ਪੜ੍ਹਿਆ ਹੋਇਆ ਕੀਰਤਨੀਆ ਸਿੰਘ ਮਿਲ ਜੇ, ਕੋਈ ਟਕਸਾਲੀ ਗ੍ਰੰਥੀ ਮਿਲ ਜੇ, ਕੋਈ ਟਕਸਾਲੀ ਕਥਾਵਾਚਕ, ਇਸ ਤਰ੍ਹਾਂ ਨਾ। ਤੇ ਐਵੇਂ ਹੀ ਟਕਸਾਲੀ ਜਿਹੜਾ ਲੀਡਰ ਹੈ ਉਹਦੀ ਵੀ ਇੱਕ ਖਾਸੀਅਤ ਹੁੰਦੀ ਸੀ ਕਿ ਉਹ ਪੰਥ ਨੂੰ, ਕੌਮ ਨੂੰ ਸਮਰਪਿਤ ਸ਼ਖਸੀਅਤ ਹੋ। ਪਰ ਬਾਬੇ ਧੁੰਮੇ ਨੇ ਨਵੀਂ ਤਰ੍ਹਾਂ ਦੇ ਅਕਾਲੀ ਦੀ ਥਾਂ ਤੇ ਭਾਜ ਪਈ, ਟਕਸਾਲੀ ਭਾਜ ਪਈ। ਹੁਣ ਇਹ ਗੱਲ ਹਜਮ ਨਹੀਂ ਹੁੰਦੀ, ਵੈਸੇ ਹੀ ਨਹੀਂ ਮੂੰਹ ਚੜ੍ਹਦਾ ਟਕਸਾਲੀ ਅਕਾਲੀ ਅੱਖਰ ਦੀ ਥਾਂ ਤੇ ਟਕਸਾਲੀ ਭਾਜ ਪਈ ਅੱਖਰ। ਪਰ ਬਾਬਾ ਤੇ ਉਹਦੇ ਚੇਲੇ ਬਾਲ ਕੇ ਕਹਿੰਦੇ ਆ ਜੀ ਸਾਨੂੰ ਨਹੀਂ ਪਤਾ ਕੌਮ ਦਾ ਇਤਿਹਾਸ ਕੀ ਆ, ਫਲਸਫਾ ਕੀ ਆ, ਸਿਧਾਂਤ ਕੀ ਆ, ਸਾਨੂੰ ਨਹੀਂ ਪਤਾ, ਕੌਮ ਗੁੱਸੇ 'ਚ ਰਹੂਗੀ ਕਿ ਸਾਨੂੰ ਤਾਂ ਇਹ ਆ ਕਿ ਜੀ ਤੁਸੀਂ ਹੁਣ ਬਸ ਭਾਜਪਾ ਜਿੰਦਾਬਾਦ ਕਰਨੀ ਆ ਤੇ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਹੁਣ ਆਪਾਂ ਨੂੰ ਇਹ ਵੀ ਪਤਾ ਕਿ ਜਦੋਂ ਸਾਰਾ ਖਾਲਸਾ ਪੰਥ ਬਰਗਾੜੀ ਬਾਈਬਲ ਕਾਂਡ, ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦਾ ਪ੍ਰਕਰਣ ਚੱਲਿਆ, ਜਦੋਂ ਸਾਰਾ ਸਿੱਖ ਕੌਮ ਜਿਹੜੀ ਆ ਬਾਦਲਕਿਆਂ ਨੂੰ ਕੋਸ ਰਹੀ ਸੀ, ਉਦੋਂ ਬਾਬਾ ਜੀ ਤੇ ਬਾਬਾ ਜੀ ਦੇ ਸਮਰਥਕ ਬਾਦਲਕਿਆਂ ਨਾਲ ਖੜੇ ਸੀ। ਸੋਸ਼ਲ ਮੀਡੀਆ ਤੇ ਬਹੁਤ ਗੰਦ ਬਕਿਆ ਜਾਂਦਾ ਰਿਹਾ ਜਿਹਦੀ ਆਪਾਂ ਵੀ ਚਰਚਾ ਕਰਦੇ ਰਹੇ ਹਾਂ। ਆਪਾਂ ਕਹਿੰਦੇ ਰਹੇ ਆ, ਅੱਜ ਵੀ ਕਹਿੰਦੇ ਆ ਕਿ ਬਾਦਲਕਿਆਂ ਨੇ ਤਾਂ ਸਪੈਸ਼ਲ ਇੱਕ IT ਸੈੱਲ ਬਣਾਇਆ ਸੀ ਗਾਲਾਂ ਕੱਢਣ ਨੂੰ। ਪਰ ਸੱਚਾਈ ਇਹ ਆ ਕਿ ਬਾਬੇ ਧੁੰਮੇ ਦੇ ਉੱਥੇ ਮਹਿਤੇ ਰੱਖ ਕੇ ਕੁਝ ਬੰਦੇ ਜਿਹੜੇ ਸੀ ਇਸ ਕੰਮ ਲਈ ਪੱਕੇ ਤੌਰ ਤੇ, ਜਿਹੜੇ ਅੱਜ ਹੁਣ ਵੀ ਪਿਛਲੇ 3-4 ਦਿਨ ਤੋਂ ਲੋਕਾਂ ਨੂੰ ਗਾਲਾਂ ਕੱਢਦੇ ਫਿਰਦੇ ਆ ਸੋਸ਼ਲ ਮੀਡੀਆ ਤੇ ਕਿ ਸਾਡੇ ਬਾਬੇ ਨੂੰ ਤੁਸੀਂ ਐਂ ਕਹਿੰਦੇ। ਇਹ ਜਿਹੜੇ ਲੋਕ ਸੀ ਜਿਨ੍ਹਾਂ ਦਾ ਇੱਕ ਨਕਾਤੀ ਏਜੰਡਾ ਵਾ ਕਿ ਜੇ ਤੁਸੀਂ ਬਾਦਲਕਿਆਂ ਦੀ ਬਰਗਾੜੀ ਬਾਈਬਲ ਕਾਂਡ ਵਿੱਚ ਡੇਰਾ ਸਰਸਾ 'ਚ ਖੜਨ ਕਰਕੇ ਵਿਰੋਧਤਾ ਕਰੋਗੇ, ਤੁਹਾਡੀ ਐਸੀ ਤੈਸੀ, ਉਹ ਬਹੁਤ ਗੰਦ ਬਕਦੇ ਹੁੰਦੇ। ਉਹ ਹੁਣ ਪੂਰੇ ਟ੍ਰੇਨਡ ਨੇ। ਕਿੱਥੇ ਤਾਂ ਟਕਸਾਲ ਦਾ ਇਹ ਸੀ ਕਿ ਇੱਥੋਂ ਗੁਰਮਤ ਦੇ ਗਿਆਤਾ, ਬਾਣੀ ਤੇ ਬਾਣੇ ਵਾਲੇ, ਤੇ ਆ ਜਿਹੜੀ ਨਵੀਂ ਪੈਦਾਵਾਰ ਉਹਨਾਂ ਨੇ ਹੋਰਾਂ ਨੂੰ ਤਾਂ ਕੀ, ਜਿਹੜੇ ਟਕਸਾਲ ਦੇ ਵਿੱਚੋਂ ਨਿਕਲੇ ਹੋਏ ਸਿੰਘ ਨੇ ਜਿਹੜੇ ਵਿਰੋਧ ਕਰਦੇ ਨੇ ਕਿ ਬਾਬਾ ਜੀ ਤੁਸੀਂ ਟਕਸਾਲ ਦਾ ਨਾਂ ਖਰਾਬ ਕਰ ਰਹੇ ਹੋ, ਉਹ ਉਹਨਾਂ ਨੂੰ ਭੰਡੀ ਜਾਂਦੇ। ਸੋ ਜੇ ਦਮਦਮੀ ਟਕਸਾਲ ਵਰਗੀ ਸੰਸਥਾ ਦੇ ਮੁਖੀ ਨੇ ਭਗਵੇਂ ਬ੍ਰਿਗੇਡ ਨਾਲ ਹੱਥ ਮਿਲਾ ਕੇ ਸਿੱਖੀ ਦੇ ਨਿਆਰੇਪਣ ਦੇ ਉੱਤੇ ਦਾਗ ਲਾ ਕੇ ਖਾਲਿਸਤਾਨ ਦੇ ਰਾਹ ਨੂੰ ਤਿਆਗ ਕੇ ਕੁਝ ਹੋਰ ਹੀ ਕਰਨਾ ਸ਼ੁਰੂ ਕਰਤਾ, ਤੇ ਫਿਰ ਦੁਸ਼ਮਣ ਨੂੰ ਤਾਂ ਚਾਹ ਚੜੂ ਗਈ ਕਿ ਬਾਕੀ ਖਾਲਿਸਤਾਨੀਆਂ ਨੂੰ ਜਾਂ ਬਾਕੀ ਸਿੱਖਾਂ ਨੂੰ ਅਸੀਂ ਕੀ ਜਾਣਦੇ ਹਾਂ। ਪਰ ਸੱਚਾਈ ਬਿਲਕੁਲ ਇਸ ਤੋਂ ਹੋਰ ਆ। ਨਾ ਤਾਂ ਇਹ ਖਾਲਿਸਤਾਨ ਦਾ ਸੰਘਰਸ਼ ਜਾਂ ਖਾਲਸਾਈ ਸਿਧਾਂਤ ਕਿਸੇ ਖਾਸ ਬੰਦੇ ਦੀ ਮਥਾਜ ਨੇ, ਨਾ ਇਹ ਖਾਸ ਸ਼ਖਸੀਅਤ ਦੇ ਮਥਾਜ ਨੇ। ਜਾਣੀ ਕਿ ਇਹ ਗੱਲ ਬਿਲਕੁਲ ਅਜੀਬ ਜੀ ਆ, ਪਰ ਸਮਝਾਉਣ ਲਈ ਮੈਂ ਗੱਲ ਕਹਿ ਰਿਹਾ। ਜਿਹੜਾ ਸਾਡਾ ਸੰਘਰਸ਼ ਆ ਜਿੱਥੇ ਉਹ ਪਹੁੰਚ ਚੁੱਕੇ ਆ, ਅੱਜ ਜੇਕਰ ਕੋਈ ਇਸ ਸੰਘਰਸ਼ ਦੇ ਵਿੱਚ ਵਿਚਰਦਾ ਹੋਇਆ ਸਿੰਘ ਪਾਸੇ ਹਟ ਜਾਵੇ ਤਾਂ ਵੀ ਸੰਘਰਸ਼ ਆਪਦੇ ਰਾਹ ਅੱਗੇ ਤੁਰਦਾ ਰਹੇਗਾ। ਇਹਨਾਂ ਦਿਨਾਂ ਦੇ ਵਿੱਚ ਬੀਜੇਪੀ ਦੇ ਇੱਕ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਚਰਚੇ ਨੇ। ਉਹ ਟੀਵੀ ਚੈਨਲਾਂ ਤੇ ਜਦੋਂ ਜਾਂਦਾ ਲੋਕ ਉਹਨੂੰ ਕਹਿੰਦੇ ਆ ਕਿ ਭਰਾਵਾ ਤੂੰ ਤਾਂ ਉਹ ਫੈਡਰੇਸ਼ਨ ਦਾ ਪ੍ਰਧਾਨ ਹੁੰਦਾ ਸੀ ਜਦੋਂ 1984 ਤੋਂ ਬਾਅਦ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ,
ਬਹੁਤ ਸਾਰੇ ਪਾਕਿਸਤਾਨ ਚਲੇ ਗਏ ਤੇ ਬਹੁਤ ਸਾਰੇ ਜੋਧਪੁਰ ਤੇ ਹੋਰਨਾਂ ਜੇਲ੍ਹਾਂ 'ਚ ਤਸੀਹੇ ਚੱਲ ਰਹੇ ਸੀ। 1984 ਤੋਂ ਅਗਲੇ 1.5-2 ਸਾਲ ਫੈਡਰੇਸ਼ਨ ਦਾ ਜਿਹੜਾ ਚਿਹਰਾ ਸੀ, ਆਗੂ ਸੀ, ਹੈ ਤਾਂ ਕਾਫੀ ਨੌਜਵਾਨ ਸਰਗਰਮ ਹੋਏ ਸੀ, ਪਰ ਉਹਨਾਂ ਵਿੱਚੋਂ ਹਰਿੰਦਰ ਸਿੰਘ ਕਾਹਲੋਂ ਦਾ ਨਾਂ ਕਾਫੀ ਚਰਚਾ 'ਚ ਰਿਹਾ। ਇਸ ਮੌਕੇ ਉਹ ਭਾਜਪਾ ਨਾਲ ਆ, ਪਰ ਕੀ ਜੇਕਰ ਹਰਿੰਦਰ ਸਿੰਘ ਕਾਹਲੋਂ ਨੇ ਟਰੈਕ ਬਦਲ ਲਿਆ ਤਾਂ ਖਾਲਿਸਤਾਨ ਦੇ ਸੰਘਰਸ਼ ਨੂੰ ਕੋਈ ਫਰਕ ਪੈ ਗਿਆ? ਫਰਕ ਤਾਂ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਬਾਬਾ ਜਰਨੈਲ ਸਿੰਘ ਦੀ ਗੋਦ ਦਾ ਨਿੱਘ ਮਾਣਿਆ ਹੋਇਆ, ਜਿਨ੍ਹਾਂ ਵਿੱਚ ਬਾਬਾ ਕਰਤਾਰ ਸਿੰਘ ਜੀ ਦੇ ਸਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਛੋਟੇ ਭਰਾ ਭਾਈ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਬਲਟੋਹਾ, ਹਰਮਿੰਦਰ ਸਿੰਘ ਸੰਧੂ ਤੇ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ 1984 ਤੋਂ ਬਾਅਦ ਚੱਲੇ ਹੋਏ ਸਿੱਖ ਸੰਘਰਸ਼ ਤੋਂ ਵੀ ਦੂਰੀ ਬਣਾ ਕੇ ਹੁਣ ਇਹ ਮਿਥਿਆ ਹੋਇਆ ਕਿ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਦੇ ਰਾਹੀਂ ਐਮਐਲਏ ਐਮਪੀ ਜਾਂ ਕੁਝ ਹੋਰ ਬਣ ਕੇ ਇਸ ਤਰੀਕੇ ਦੀ ਸੋਚ ਵਿੱਚੋਂ ਜਿਹੜਾ ਗੁਰਚਰਨ ਸਿੰਘ ਗਰੇਵਾਲ ਹੁਣੀ ਇੱਥੋਂ ਤੱਕ ਕਿ ਸਰਚੰਦ ਸਿੰਘ ਜਿਹੜਾ ਪਹਿਲੋਂ ਬਾਬੇ ਧੁੰਮੇ ਨਾਲ ਜਾਂ ਬਾਦਲ ਦਲ ਨਾਲ ਜਾਂ ਟਕਸਾਲ ਨਾਲ ਜਾਂ ਅਕਾਲੀ ਦਲ ਨਾਲ ਵਿਚਰਦਾ ਹੁਣ ਬੀਜੇਪੀ ਜੁਆਇਨ ਕਰ ਗਿਆ, ਇਹ ਸਾਰੇ ਲੋਕਾਂ ਦਾ ਸਿੱਖ ਸੰਘਰਸ਼ ਨੂੰ ਪਿੱਠ ਦਿਖਾ ਜਾਣਾ ਕੋਈ ਸੰਘਰਸ਼ ਨੂੰ ਡੈਂਟ ਪਾ ਸਕਿਆ? ਬਿਲਕੁਲ ਨਹੀਂ। ਮੈਂ ਇਹ ਕਹਿਣਾ ਕਿ ਮੈਂ ਜਾਂ ਮੇਰੇ ਵਰਗੇ ਹੋਰ ਬੇਅੰਤ ਨੇ, ਅਸੀਂ ਐਵੇਂ ਫੜਾ ਮਾਰੀਏ ਟਟੀਰੀ ਵਾਂਗੂ ਕਹੀਏ ਵੀ ਸਾਡੇ ਸਿਰ ਤੇ ਅਸਮਾਨ ਖੜਾ, ਬਿਲਕੁਲ ਨਹੀਂ। ਹਜ਼ਾਰਾਂ ਪਹਿਲਾਂ ਸਾਤੋਂ ਸੇਵਾ ਕਰ ਗਏ, ਹਜ਼ਾਰਾਂ ਸਾਤੋਂ ਬਾਅਦ ਕਰਨਗੇ। ਇਹ ਸੱਚੇ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਨੀ ਬਣਦੀ ਆ ਕਿ ਸੱਚੇ ਪਾਤਸ਼ਾਹ ਸਾਡੀ ਨਿਭ ਜਾਵੇ। ਤੇ ਇੱਥੇ ਅਸੀਂ ਦੇਖਿਆ ਕਈ ਉਹ ਸਿੰਘ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਸੰਘਰਸ਼ ਦੇ ਦਿਨਾਂ 'ਚ ਕਮਾਲ ਦੀ ਗੱਲ ਕਰਕੇ ਘਰਾਂ ਚੋਂ ਸਿੰਘਾਂ ਨੂੰ ਕੱਢਿਆ ਤੇ ਆਪ ਉਹ ਪਿੱਠ ਦਿਖਾ ਗਏ, ਪਰ ਉਹਨਾਂ ਦੇ ਤੋਰੇ ਹੋਏ ਸਿੰਘਾਂ ਨੇ ਕਮਾਲ ਕਰਤੀ, ਇਤਿਹਾਸ ਸਿਰਜ ਗਏ, ਗੱਲ ਤੇ ਖੜ ਕੇ ਸ਼ਹੀਦੀਆਂ ਪਾ ਗਈ। ਸੋ ਇਹ ਕਹਿਣਾ ਕਿ ਜੀ ਫਲਾਨੀ ਜਥੇਬੰਦੀ ਮਤਲਬ ਦਮਦਮੀ ਟਕਸਾਲ ਜੇ ਖੜੀ ਆ ਤਾਂ ਖਾਲਿਸਤਾਨ ਖੜਾ ਤੇ ਨਹੀਂ ਤਾਂ ਫਿਰ ਇਹ ਗੱਲ ਏਦਾਂ ਨਹੀਂ ਹੈਗੀ। ਫਰਕ ਪੈਂਦਾ, ਪਰ ਉਹ ਇਤਿਹਾਸ ਦੇ ਵਿੱਚ ਦਰਜ ਹੋ ਜਾਂਦਾ ਕਿ ਫਲਾਨੇ ਸਾਲ ਤੱਕ ਫਲਾਨੀ ਜਥੇਬੰਦੀ ਖੜੀ ਰਹੀ, ਮੁੜ ਕੇ ਉਹਦੇ ਮੁਖੀ ਨੇ ਆ ਕੇ ਆਹ ਕੰਮ ਕਰਤਾ, ਜਾਂ ਫਲਾਨਾ ਬੰਦਾ। ਆਹ ਤਾਂ ਸਾਡੇ ਸਾਹਮਣੇ ਦੀਆਂ ਗੱਲਾਂ ਨੇ। ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਲੋਕ ਕੈਟ ਵੀ ਬਣੇ, ਖਾੜਕੂਆਂ ਦੇ ਵਿੱਚੋਂ ਹੀ ਕੈਟ ਬਣੇ, ਬਹੁਤ ਸਾਰੇ ਘਰਾਂ 'ਚ ਬਹਿ ਗਏ। ਬਹੁਤ ਸਾਰੇ ਉਹ ਨੇ ਸਾਡੇ ਭਰਾ ਜਿਹੜੇ ਬੜੇ ਜ਼ਿੰਮੇਵਾਰੀ ਨਾਲ ਇਹ ਗੱਲ ਮਤਲਬ ਕਹਿਣ ਵਾਲੀ ਆ ਕਿ ਉਹ ਕਹਿੰਦੇ ਆ ਕਿ ਜੋ ਸੰਘਰਸ਼ 1978 ਤੋਂ 95 ਤੱਕ ਚੱਲਿਆ, ਹੁਣ ਉਹਦੇ 'ਚ ਜੇਲ੍ਹਾਂ ਥਾਣੇ ਕਚਹਿਰੀਆਂ ਕੱਟ ਕੇ ਹੁਣ ਮੈਂ ਘਰ ਬੈਠਾ, ਬਜ਼ੁਰਗ ਬੁੱਢਾ ਜ਼ਰੂਰ ਹੋ ਗਿਆ, ਪਰ ਅੱਜ ਵੀ ਦਿਲ 'ਚ ਜਜ਼ਬਾ ਉਹੀ ਆ, ਮੇਰੇ ਤੋਂ ਆਹ ਕੰਮ ਤਾਂ ਨਹੀਂ ਹੋਣਾ ਬਈ ਧਰਨੇ ਮੁਜ਼ਾਹਰਿਆਂ 'ਚ ਜਾਵਾਂ ਤੇ ਜਿੰਦਾਬਾਦ ਮੁਰਦਾਬਾਦ, ਸਾਨੂੰ ਤਾਂ ਉਹ ਕੰਮ ਨਹੀਂ ਆਉਂਦਾ। ਤੇ ਉਹ ਜਦੋਂ ਕੋਈ ਖੇਡ ਹੋਈ ਤਾਂ ਗੱਲ ਕਰਿਓ। ਆ 6 ਜੂਨ ਨੂੰ ਜਾ ਕੇ ਲਲਕਾਰੇ ਜੇ ਮਾਰੀ ਜਾਣੇ ਤੇ ਪੁਲਿਸ ਵਾਲਿਆਂ ਦੇ ਕੋਲੋਂ ਐਵੇਂ ਜਾਂ ਟਾਸਕ ਫੋਰਸ ਤੋਂ ਪੱਗਾਂ ਲਾਉਣੀਆਂ, ਇਹ ਕੰਮ ਸਾਤੋਂ ਨਹੀਂ ਹੁੰਦਾ। ਹੁਣ ਇਹ ਵੀ ਇੱਕ ਹੈਗਾ ਜਜ਼ਬਾ। ਕੁੱਲ ਮਿਲਾ ਕੇ ਮੈਂ ਮੋਟੀ ਗੱਲ ਜਿਹੜੀ ਦੱਸਣੀ ਸਮਝਾਉਣੀ ਚਾਹੁੰਦਾ ਜਾਂ ਕਰਨੀ ਚਾਹੁੰਦਾ ਭਰਾਵਾਂ ਨਾਲ, ਸੰਗਤ ਨਾਲ, ਉਹ ਇਹ ਆ ਕਿ ਖਾਲਿਸਤਾਨ ਦਾ ਸੰਘਰਸ਼ ਜਾਂ ਖਾਲਸੇ ਦਾ ਸੰਘਰਸ਼, ਜਿਹੜਾ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ, ਸਿੱਖ ਫਲਸਫੇ ਨੂੰ ਬਰਕਰਾਰ ਰੱਖਣ ਦਾ ਸੰਘਰਸ਼, ਇਹ ਕਿਸੇ ਵੀ ਬੰਦੇ ਦਾ ਮਥਾਜ ਨਹੀਂ ਹੈ। ਇਸ ਕਰਕੇ ਹਰ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਆ ਕਿ ਸੱਚੇ ਪਾਤਸ਼ਾਹ ਮੇਰੀ ਨਿਭ ਜਾਵੇ ਇਸ ਸਿਧਾਂਤ ਨਾਲ, ਇਸ ਸੰਘਰਸ਼ ਨਾਲ। ਇਸ ਗੱਲ ਦੇ ਵਿੱਚ ਜਿਹੜੇ ਬੰਦੇ ਨੂੰ ਲੱਗਦਾ ਹੋਵੇ ਕਿ ਜੀ ਹੁਣ ਫਲਾਨਾ ਜੇਕਰ ਫੜਿਆ ਗਿਆ, ਜੇ ਫਲਾਨਾ ਮਾਰਤਾ, ਜੇ ਫਲਾਨਾ ਪਿੱਠ ਦਿਖਾ ਗਿਆ, ਇੱਥੇ ਜੀ ਬੜੇ ਆਉਣਗੇ, ਬੜੇ ਆਏ ਨੇ ਤੇ ਸਾਡੇ ਹੁਣ ਦੇਖਦਿਆਂ ਕਿੱਡੀਆਂ ਵੱਡੀਆਂ ਬੁਲੰਦ ਸ਼ਖਸੀਅਤਾਂ ਜਿਹੜੀਆਂ ਨੇ ਉਹ ਸੇਵਾ ਕਰਕੇ ਆਪਣਾ ਇਤਿਹਾਸ ਸਿਰਜ ਕੇ ਆ ਗਈਆਂ ਤੇ ਉਹਨਾਂ ਤੋਂ ਬਾਅਦ ਵਿੱਚ ਹੋਰ ਆ ਗਏ। ਇਹ ਕੰਮ ਚੱਲਦਾ ਰਹਿਣਾ। ਹੁਣ ਸਾਡੀ ਕੌਮ ਦੇ ਅੰਦਰ ਜਿਹੜੇ ਇਹ ਫਾਲਟ ਲਾਈਨਸ ਪੈਦਾ ਹੋ ਰਹੀਆਂ ਨੇ, ਜਿਹੜੀਆਂ ਗੜਬੜਾਂ ਪੈਦਾ ਹੋ ਰਹੀਆਂ ਨੇ, ਇਹਦੇ ਉੱਤੇ ਚਰਚਾ ਕਰਦਿਆਂ ਹੋਇਆਂ ਇਹਦੇ ਵਿੱਚੋਂ ਕਿਸੇ ਪਾਸੇ ਨਿਕਲਣਾ ਇਹ ਬੜਾ ਜ਼ਰੂਰੀ ਹੈ। ਇੱਕ ਪਾਸੇ ਤਾਂ ਇੰਡੀਅਨ ਸਟੇਟ ਤੇ ਉਹਦੇ ਹੱਥ ਠੋਕੇ ਬਣ ਕੇ ਇਹ ਜਿਹੜੇ ਲੋਕ ਆ ਕੌਮ ਦਾ ਨੁਕਸਾਨ ਕਰਾਉਣ ਵਾਲੀਆਂ ਗੱਲਾਂ ਕਰ ਰਹੇ ਆ, ਇਹ ਇੱਕ ਚੈਪਟਰ ਆ, ਇਹ ਇੱਕ ਵਿਸ਼ਾ ਵਾ ਜਿਹਦੇ ਉੱਤੇ ਬਹੁਤ ਚਰਚਾ ਕਰਕੇ ਅੱਗੇ ਤੁਰਨ ਦੀ ਲੋੜ ਹੈ।
ਦੂਜੇ ਪਾਸੇ ਇੰਡੀਅਨ ਸਟੇਟ ਜਿਹੜੀ ਆ ਉਹ ਤਾਂ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦਾ ਸ਼ਿਕਾਰ ਖੇਡ ਰਹੀ ਹੈ। ਸਾਡੇ ਕਈ ਭਰਾ ਜਿਹੜੇ ਆ ਉਹ ਬੜੇ ਆਕੜ ਕੇ ਜੇ ਕਹਿੰਦੇ ਆ ਕਿ ਕਾਂਗਰਸ ਨੇ ਤਾਂ ਆਪਣੇ ਸਿਰਾਂ ਦੇ ਮੁੱਲ ਪਾਏ, ਆਪਣੇ ਬੰਦੇ ਮਾਰੇ, ਦਰਬਾਰ ਸਾਹਿਬ ਤੇ ਨਵੰਬਰ 84 ਨੂੰ ਜੋ ਕੀਤਾ, ਬੀਜੇਪੀ ਨੇ ਤਾਂ ਕੁਝ ਨਹੀਂ ਕੀਤਾ। ਮੈਂ ਬੜਾ ਹੈਰਾਨ ਹੋ ਜਾਂਦਾ ਉਹਨਾਂ ਦੀ ਇਸ ਸੋਚ ਤੇ ਕਿ ਯਾਰੋ ਤੁਸੀਂ ਭੁੱਲ ਗਏ ਹੋ ਜਥੇਦਾਰ ਹਰਦੀਪ ਸਿੰਘ ਨਿੱਜਰ ਤੇ ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਸਮੇਤ ਬੇਸ਼ੁਮਾਰ ਇਹੋ ਜਿਹੇ ਸਾਡੇ ਸਿੱਖ ਨੇ। ਆ ਭਾਈ ਗੁਰਪਤਵੰਤ ਸਿੰਘ ਪੰਨੂ ਕੁਦਰਤੋਂ ਬਚ ਗਿਆ, ਇਹਨਾਂ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ। ਹੁਣ ਜਿਹੜਾ ਬੰਦਾ ਇਹ ਕਵੇ ਕਿ ਜੀ ਹੁਣ ਇਹ ਸਾਬਤ ਨਹੀਂ, ਹੁਣ ਸਾਬਤ ਕਿੱਥੇ ਕਰਦੇ ਫਿਰੀਏ? ਸਾਬਤਾਂ ਸੂਬਤਾਂ ਵਾਲੀ ਗੱਲ ਤਾਂ ਪਾਸੇ ਰਹੀ। ਸਪਸ਼ਟ ਤੌਰ ਤੇ ਇੰਡੀਅਨ ਨਿਜ਼ਾਮ ਜਿਹੜਾ ਹੈ, ਪਹਿਲਾਂ ਉਹ ਕਾਂਗਰਸ ਸੀ, ਹੁਣ ਬੀਜੇਪੀ ਆ, ਉਹ ਸਿੱਖਾਂ ਦਾ ਕਤਲੇਆਮ ਪਹਿਲਾਂ ਵੀ ਹੁੰਦਾ ਸੀ ਤੇ ਅੱਜ ਵੀ ਹੁੰਦਾ। ਸੋ ਇਹ ਕਹਿਣਾ ਕਿ ਜੀ ਫਲਾਨੀ ਜਮਾਤ ਜਾਂ ਫਲਾਨਾ ਲੀਡਰ, ਕੁਝ ਫਰਕ ਨਹੀਂ ਪੈਂਦਾ ਇੱਥੇ। ਸਾਨੂੰ ਤਾਂ ਜਦੋਂ ਡਾਕਟਰ ਮਨਮੋਹਨ ਸਿੰਘ ਬੈਠਾ ਸੀ ਉਦੋਂ ਕੋਈ ਫਰਕ ਨਹੀਂ ਪਿਆ, ਤੇ ਹੋਰ ਕਿਸੇ ਦੇ ਨਾਲ ਕੀ ਫਰਕ ਪੈਣਾ। ਖੈਰ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲਾ ਮਸਲਾ, ਉਹਦੇ ਤੋਂ ਬਾਬੇ ਧੁੰਮੇ ਬਾਰੇ ਤੇ ਬਾਬੇ ਬਿਆਸ ਵਾਲੇ ਬਾਰੇ ਲੋਕਾਂ 'ਚ ਬੜੀ ਚਰਚਾ। ਲੋਕ ਟਿੱਪਣੀ ਕਰਦੇ ਆ ਕਿ ਬਾਬਾ ਧੁੰਮਾ ਜੀ ਕੋਈ ਪਖੰਡ ਨਹੀਂ ਕੀਤਾ, ਜਿਵੇਂ ਤੁਸੀਂ ਭਾਗਵੇਂ ਬ੍ਰਿਗੇਡ ਨੂੰ ਖੁਸ਼ ਕਰਦੇ ਫਿਰਦੇ ਹੋ, ਤੇ ਬਾਬਾ ਬਿਆਸ ਵਾਲਾ ਮਜੀਠੀਆ ਨੂੰ ਛਡਾ ਲਿਆ ਆ। ਤੇ ਤੁਸੀਂ ਦੋਨੇ ਬਾਬਿਆਂ ਚੋਂ ਦੇਖੋ ਹੁਣ ਕਿਹੜਾ ਪ੍ਰੋਫੈਸਰ ਭੁੱਲਰ ਨੂੰ ਤੇ ਹੋਰ ਜਿਹੜਾ ਚ ਨਜ਼ਰਬੰਦ ਸਿੰਘਾਂ ਨੂੰ ਛਡਾਉਂਦਾ। ਗੱਲ ਤਾਂ ਚਲੋ ਇਹ ਟਿੱਪਣੀ ਦੇ ਰੂਪ ਚ ਆ, ਪਰ ਸੱਚਾਈ ਇਹ ਆ ਕਿ ਇਹਦੇ ਅੰਦਰੋਂ ਕੌਮ ਦਾ ਇੱਕ ਪੱਖ ਝਲਕਦਾ, ਕੌਮ ਦੀ ਸਮਝ ਝਲਕਦੀ ਹੈ ਕਿ ਬਾਬਾ ਬਿਆਸ ਵਾਲਾ ਹੋਵੇ ਤੇ ਚਾਹੇ ਬਾਬਾ ਧੁੰਮਾ, ਤੇ ਚਾਹੇ ਕੋਈ ਮਨਜਿੰਦਰ ਸਰਸਾ, ਤੇ ਚਾਹੇ ਕੋਈ ABCD ਹੋਰ, ਚਾਹੇ ਲਾਲਪੁਰਾ, ਤੇ ਚਾਹੇ ਕੋਈ ਦਾਦੂਵਾਲ, ਚਾਹੇ ਕੋਈ ਹੋਰ। ਇਹ ਸਾਰੇ ਦੇ ਸਾਰੇ ਲੋਕ ਜਿਹੜੇ ਸੰਘਰਸ਼ਸ਼ੀਲ ਸਫਾਂ ਤੋਂ ਦੂਰੀ ਬਣਾ ਕੇ ਭਾਰਤ ਮਾਤਾ ਦੇ ਨੇੜੇ ਜਾ ਕੇ ਜਾਂ ਭਾਗਵੇਂ ਬ੍ਰਿਗੇਡ ਨੂੰ ਖੁਸ਼ ਕਰਕੇ ਸਮਝਦੇ ਆ ਕਿ ਅਸੀਂ ਜੀ ਬੜਾ ਕੋਈ ਵੱਡਾ ਮੱਲ ਮਾਰ ਲਾਂਗੇ। ਹੋ ਸਕਦਾ ਹੈ ਜਿਵੇਂ ਖਾੜਕੂ ਲਹਿਰ ਦੇ ਦਿਨਾਂ 'ਚ ਜਿਹੜੇ ਕੈਟ ਨੂੰ, ਟਾਊਟ ਨੂੰ ਲੋਕਾਂ ਦੇ ਵਿੱਚ ਸਥਾਪਿਤ ਕਰਨਾ ਹੁੰਦਾ ਸੀ, ਉਹਦੇ ਲਈ ਇੱਕ ਸਟਾਈਲ ਵਰਤਦੀ ਸੀ ਪੁਲਿਸ। ਪਿੰਡ ਦੇ ਵਿੱਚੋਂ ਕਿਸੇ ਸਿੱਖ ਨੌਜਵਾਨ ਨੂੰ ਪੁਲਿਸ ਪਾਰਟੀ ਚੱਕ ਕੇ ਲੈ ਆਉਂਦੀ ਸੀ, ਤੇ ਜਦੋਂ ਪਿੰਡ ਦੇ ਲੋਕ ਆ ਕੇ ਮਗਰ ਉਹਦੀ ਪੈਰਵਾਈ ਲਈ ਕਰਦੇ ਤਾਂ ਮੁਨਸ਼ੀ ਜਾਂ ਕੋਈ ਹੋਰ ਮੁਲਾਜ਼ਮ ਪੋਲੇ ਜੇ ਮੂੰਹ ਨਾਲ ਬੜੇ ਸਲੀਕੇ ਨਾਲ ਗੱਲ ਕੰਨੀ ਪਾ ਦਿੰਦਾ ਉਹਨਾਂ ਦੇ, ਤੁਸੀਂ ਨਾ ਤੁਹਾਡੇ ਪਿੰਡ ਵਾਲੇ ਗੱਜਣ ਸਿੰਘ ਨੂੰ ਲੈ ਕੇ ਆਓ। ਤੇ ਉਹ ਗੱਜਣ ਸਿੰਘ ਬੈਠਾ ਉਡੀਕ ਰਿਹਾ ਹੁੰਦਾ ਸੀ, ਤੇ ਉਹਨੇ ਆ ਕੇ ਕਹਿਣਾ, ਹਾਂ ਗਾਂ ਦੀ ਗਾਂ ਥਾਣੇਦਾਰ ਨਾਲ ਆਪਣੀ ਅੰਗਲੀ ਸੰਗਲੀ ਰਲਦੀ ਆ, ਕੋਸ਼ਿਸ਼ ਕਰਕੇ ਦੇਖ ਲੈਨੇ ਆ। ਤੋ ਜਦੋਂ ਉਹਦੇ ਕਹਿਣ ਤੇ ਉਹ ਬੰਦਾ ਛੁੱਟ ਜਾਣਾ, ਫਿਰ ਉਸ ਤੋਂ ਬਾਅਦ ਵਿੱਚ ਲੋਕਾਂ 'ਚ ਗੱਲ ਚੱਲ ਪੈਣੀ ਕਿ ਜਦੋਂ ਵੀ ਕੋਈ ਹੋਰ ਬੰਦਾ ਫੜਿਆ ਗਿਆ ਆਪਾਂ ਗੱਜਣ ਸਿੰਘ ਕੋਲੇ ਚੱਲਾਂਗੇ। ਅਸਲ ਵਿੱਚ ਗੱਜਣ ਸਿੰਘ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਸੀ ਕਿ ਜਦੋਂ ਅਸੀਂ ਬੰਦਾ ਚੱਕਿਆ ਤੇਰੇ ਰਾਹੀਂ ਛੱਡਾਂਗੇ। ਇਸ ਤਰੀਕੇ ਦੇ ਬਹੁਤ ਸਾਰੇ ਕੈਟ ਜਾਂ ਟਾਊਟ ਜਾਂ ਗਦਾਰ ਜਾਂ ਹੱਥ ਠੋਕੇ ਪੰਜਾਬ ਦੇ ਪਿੰਡਾਂ 'ਚ ਪੁਲਿਸ ਨੇ ਉਦੋਂ ਪੈਦਾ ਕੀਤੇ, ਜਿਨ੍ਹਾਂ ਬਾਰੇ ਖਾੜਕੂ ਯੋਧਿਆਂ ਨੂੰ ਸਾਫ਼ ਪਤਾ ਹੁੰਦਾ ਸੀ ਕਿ ਇਹ ਕੀ ਖੇਡ ਆ, ਪਰ ਜਿਨ੍ਹਾਂ ਦੇ ਬੰਦੇ ਚੱਕੇ ਜਾਂਦੇ ਸੀ ਉਹ ਕਹਿੰਦੇ ਸੀਗੇ ਸਾਡੇ ਤਾਂ ਕੰਮ ਆਉਂਦਾ, ਨਾ ਰਹਿਣ ਦੋ, ਕੁਛ ਨਾ ਕੋਏ। ਉਵੇਂ ਹੀ ਇਸ ਮੌਕੇ ਬੀਜੇਪੀ ਸਰਕਾਰ ਹੋ ਸਕਦਾ ਕਿਸੇ ਬੰਦੇ ਨੂੰ ਸਥਾਪਿਤ ਕਰਨ ਲਈ, ਸਥਾਪਿਤ ਕਰਨ ਦੇ ਅਰਥ ਬੜੇ ਵੱਡੇ ਨੇ। ਸਥਾਪਿਤ ਕਰਨ ਦੇ ਅਰਥ ਇਹ ਨਹੀਂ ਹੈਗੇ ਕਿ ਉਹਨੂੰ ਚੰਗੇ ਅਰਥਾਂ 'ਚ, ਉਹ ਤਾਂ ਕੌਮ ਦੇ ਵਿੱਚ ਗਦਾਰ ਹੀ ਵੱਜਣਾ। ਜਿਵੇਂ ਇੱਕ ਸ਼ੇਅਰ ਆ कि मुझे डूबने से तू बचा लेगा, मुझे यकीन है, तू मुझे डूबने से मुझे बचा लेगा तू, मुझे यकीन है, मगर तेरा जे बचाना मुझे मार डालेगा। मतलब कि ਜਿਹੜੇ ਸਿੱਖ ਜਰਨੈਲ, ਸਿੱਖ ਯੋਧੇ ਜੇਲ੍ਹਾਂ 'ਚ ਤਸ਼ਰੀਹੇ ਚੱਲ ਰਹੇ ਨੇ, ਉਹ ਰਿਹਾਈ ਤਾਂ ਚਾਹੁੰਦੇ ਆ, ਪੰਥ ਵੀ ਚਾਹੁੰਦਾ, ਪਰ ਇਸ ਤਰੀਕੇ ਨਾਲ ਰਿਹਾਈ ਕੋਈ ਨਹੀਂ ਚਾਹੁੰਦਾ
ਕਿ ਉਹ ਬਾਅਦ ਵਿੱਚ ਕਿਸੇ ਦੇ ਅੱਖ 'ਚ ਪਾ ਕੇ ਅੱਖ ਗੱਲ ਕਰਨ ਜੋਗੇ ਨਾ ਰਹਿਣ। ਸਿਸਟਮ ਇਹੀ ਚਾਹੁੰਦਾ ਕਿ ਲਾਤੇ ਠੰਡੀ ਨਿਗਾਹ ਕੇ, ਜਿਵੇਂ ਅਮਿਤ ਸ਼ਾਹ ਕਹਿੰਦਾ ਸੀਗਾ ਕਿ ਉਹ ਆਪਦੀ ਗਲਤੀ ਨਹੀਂ ਮੰਨਦਾ, ਬਲਵੰਤ ਸਿੰਘ ਰਾਜੋਆਣਾ ਐਸੇ ਕੈਸੇ। ਸੋ ਕੁੱਲ ਮਿਲਾ ਕੇ ਇੰਡੀਅਨ ਸਟੇਟ ਸਿਸਟਮ ਉਹਨਾਂ ਬੰਦਿਆਂ ਨੂੰ ਵੀ ਕਾਣੇ ਕਰਨਾ ਚਾਹੁੰਦਾ ਜਿਨ੍ਹਾਂ ਰਾਹੀਂ ਛੱਡਣੇ ਆ, ਤੇ ਜਿਹੜੇ ਛੱਡਣੇ ਆ ਉਹਨਾਂ ਨੂੰ ਵੀ ਕਾਣੇ ਕਰਨਾ ਚਾਹੁੰਦਾ। ਤੇ ਇਹੋ ਜਿਹੇ ਦਿਨ, ਇਹੋ ਜਿਹੇ ਦਿਲ ਸਾਡੀ ਕੌਮ 'ਚ ਹੈ ਨਹੀਂ। ਖੈਰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਨੇ ਉਹਨਾਂ ਸਾਰੇ ਜਿਹੜੇ ਬੀਜੇਪੀ ਦੇ ਝੋਲਾ ਚੁੱਕ ਨੇ, ਉਹਨਾਂ ਸਾਰਿਆਂ ਲਈ ਬੜਾ ਔਖਾ ਕਰ ਦਿੱਤਾ। ਚਲੋ ਹੁਣ ਗੱਲ ਇਹ ਹੈ ਕਿ ਸਾਰੇ ਵੈਸੇ ਤਾਂ ਸੰਸਾਰ ਭਰ ਦੇ ਵਿੱਚ ਹੀ ਐਪਸਟੀਨ ਫਾਈਲਾਂ ਦਾ ਰੌਲਾ ਪਿਆ ਹੋਇਆ, ਜਿਹਦੇ ਵਿੱਚ ਅੱਡ-ਅੱਡ ਮੁਲਕਾਂ ਦੀਆਂ ਜਿਹੜੀਆਂ VIP ਪਰਸਨੈਲਿਟੀਜ਼ ਨੇ, ਵੱਡੀਆਂ ਸ਼ਖਸੀਅਤਾਂ ਨੇ, ਉਹਨਾਂ ਦੇ ਉੱਤੇ ਬੜਾ ਲੋਕਾਂ ਦਾ ਗੁੱਸਾ ਵੱਧ ਰਿਹਾ। ਕਈ ਅਸਤੀਫੇ ਦੇ ਰਹੇ ਨੇ ਅਹੁਦਿਆਂ ਤੋਂ। ਇੱਥੇ ਭਾਰਤ ਵਿੱਚ ਮੋਦੀ ਤੇ ਇੱਕ ਹਰਦੀਪ ਪੁਰੀ ਤੇ ਕੁਝ ਹੋਰਾਂ ਦੇ ਜਦੋਂ ਨਾਂ ਉਸ ਫਾਈਲ 'ਚ ਚਰਚਾ 'ਚ ਆਏ, ਇੱਕ ਜਨਰਲ ਨਰਵਾਣੇ ਦੀ ਕਿਤਾਬ ਆ ਤੇ ਕੁਝ ਹੋਰ ਮਸਲੇ ਆ, ਜਿਹਦੇ ਕਰਕੇ ਮੋਦੀ ਐਂਡ ਕੰਪਨੀ ਨੂੰ ਕਾਂਗਰਸ ਪਾਰਟੀ ਵਾਲੇ ਪਾਰਲੀਮੈਂਟ ਦੇ ਵਿੱਚ ਘੇਰੀ ਫਿਰਦੇ। ਤੇ ਉਹ ਸਾਰੀ ਗੱਲ ਤੋਂ ਬਚਣ ਦੇ ਲਈ ਵੀ ਜਵਾਬ ਨਾ ਦੇਣਾ ਪਵੇ ਨਰਵਾਣੇ ਵਾਲੀ ਗੱਲ ਦਾ ਜਾਂ ਐਪਸਟੀਨ ਵਾਲੀ ਗੱਲ ਦਾ, ਮੋਦੀ ਤੇ ਉਹਦਾ ਜਿਹੜਾ ਸਾਰਾ ਤੰਤਰ ਆ ਉਹ ਸਾਜ਼ਿਸ਼ਾਂ ਜਾਂ ਖੇਡਾਂ ਰਚ ਰਿਹਾ ਕਿ ਕਦੇ ਪਾਰਲੀਮੈਂਟ ਦੇ ਵਿੱਚ ਖਲਾਰਾ ਜਿਹਾ ਪਾ ਕੇ ਉਹ ਕੰਮ ਬੰਦ ਕਰਾ ਦੋ, ਕਦੇ ਕੁਝ ਹੋਰ, ਕਦੇ ਕੁਝ ਹੋਰ। ਪਿਛਲੇ ਦਿਨੀ ਮੋਦੀ ਜਦੋਂ ਵੜਿਆ ਨਾ, ਤੇ ਉਹਦੇ ਬਾਰੇ ਸਿੱਧੀ ਹੋਈ ਨਵੀਂ ਹੋਈ ਗੱਲ ਸਪੀਕਰ ਨੇ ਕੱਢਤੀ। ਅਖੇ ਇਹਨੂੰ ਤਾਂ ਇੱਥੇ ਖਤਰਾ ਸੀਗਾ ਜਾਨ ਦਾ, ਇਹਨੂੰ ਕੋਈ ਇੱਥੇ ਅਟੈਕ ਹੋ ਜਾਣਾ ਸੀ। ਜੇ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਖਤਰਾ ਵੀ ਇਹਨੂੰ ਕੋਈ ਮਾਰ ਜੂ, ਤੇ ਫਿਰ ਬਾਕੀ ਭਾਰਤ ਦੇ ਵਿੱਚ ਤਾਂ ਬਾਹਲਾ ਹੀ ਬੁਰਾ ਹਾਲ ਹੋਊਗਾ। ਖੈਰ, ਹੁਣ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਹੋਰਾਂ ਨੇ ਮੋਦੀ ਹੋਰਾਂ ਨੂੰ ਘੇਰਨਾ ਸ਼ੁਰੂ ਕੀਤਾ ਹੋਇਆ, ਦੂਜੇ ਪਾਸੇ ਅਮਰੀਕਾ ਨੇ ਜਿਹੜੀ ਵਪਾਰਕ ਸੰਧੀ, ਜਿਹੜੀ ਡੀਲ ਆ, ਉਹਦੇ ਕਰਕੇ ਇਹਨੂੰ ਦਿਨੇ ਤਾਰੇ ਦਿਖਾਏ ਪਏ ਨੇ। ਕਦੇ ਟਰੰਪ ਕੁਛ ਕਹਿ ਦਿੰਦਾ, ਕਦੇ ਕੁਛ ਕਹਿ ਦਿੰਦਾ। ਇਸ ਕਸੂਤੇ ਫਸੇ ਹੋਏ ਮਾਹੌਲ ਦੇ ਵਿੱਚ ਮੋਦੀ ਹੋਰਾਂ ਨੇ, ਜਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਆਮ ਆਦਮੀ ਪਾਰਟੀ ਨੇ ਜੋ ਖੇਡਾਂ ਸ਼ੁਰੂ ਕੀਤੀਆਂ ਹੋਈਆਂ ਨੇ, ਉਹਨੂੰ ਸਮਝਣ ਦੀ ਲੋੜ ਆ। ਪਿਛਲੇ ਦਿਨੀ ਬੀਬੀ ਰਜਿੰਦਰ ਕੌਰ ਭੱਠਲ ਦੀ ਜਿਹੜੀ ਆਈ ਸੀ ਨਾ ਗੱਲ, ਕਿ ਮੈਨੂੰ ਕਹਿੰਦੇ ਸੀ ਵੱਡੇ ਪੁਲਿਸ ਅਧਿਕਾਰੀ ਕਿ ਤੁਹਾਡੀ ਸਰਕਾਰ ਦੁਬਾਰਾ ਰਿਪੀਟ ਹੋ ਸਕਦੀ ਆ, ਸਾਨੂੰ ਪੰਜਾਬ ਦੇ ਵਿੱਚ ਕੁਝ ਵਾਰਦਾਤਾਂ ਕਰਨ ਦੀ ਖੁੱਲ੍ਹ ਦੇ ਦਿਓ, ਬੰਬ ਧਮਾਕੇ, ਕਤਲੋ ਗਾਰਦ, ਰੀਲਾ ਰੂਲਾ ਚਲਾਵਾਂਗੇ ਤੇ ਹੋ ਜੂਗਾ। ਹੁਣ ਜਿਹੜਾ ਆਏ ਦਿਨ ਰੌਲਾ ਪੈਂਦਾ ਕਿ ਜੀ ਸਕੂਲਾਂ ਨੂੰ ਧਮਕੀ ਮਿਲ ਗਈ, ਅਸੈਂਬਲੀ ਨੂੰ ਧਮਕੀ ਮਿਲ ਗਈ, DC ਦਫ਼ਤਰ ਉਡਾ ਦਿਆਂਗੇ ਬੰਬਾਂ ਨਾਲ। ਅੱਜ ਮੋਹਾਲੀ 'ਚ ਰੌਲਾ ਪੈਂਦਾ ਸੀ, ਇੱਕ ਦਿਨ ਲੁਧਿਆਣੇ ਰੌਲਾ ਪਿਆ, ਇੱਕ ਦਿਨ ਜਲੰਧਰ ਪਿਆ, ਪਟਿਆਲੇ ਵੀ, ਇੱਥੇ ਅੰਮ੍ਰਿਤਸਰ ਵੀ ਇੱਕ ਦਿਨ ਰੌਲਾ ਪਿਆ ਕਿ ਜੀ ਉੱਥੇ ਬੰਬ ਰੱਖਤੇ ਸਕੂਲਾਂ ਦੇ ਵਿੱਚ ਉਡਾ ਦਿਆਂਗੇ। ਇਹ ਜਿਹੜਾ ਟੈਰਰ ਫਲਾਈ ਰੱਖਣ ਦੀ, ਕਦੇ ਦਿੱਲੀ 'ਚ ਰੌਲਾ ਪੈਂਦਾ, ਇਹ ਜਿਹੜੀ ਕਵਾਇਦ ਆ, ਤੇ ਉਸ ਤੋਂ ਬਾਅਦ ਹੁੰਦਾ ਕੁਛ ਨਹੀਂ। ਜਾਣੀ ਕਿ ਸਟੇਟ ਸਿਸਟਮ ਜਿਵੇਂ ਉਹਨਾਂ ਨੂੰ ਤਸੱਲੀ ਜੀ ਹੋਵੇ ਵੀ ਹੋਣਾ ਕੁਛ ਨਹੀਂ, ਬਸ ਇੱਕ ਵਾਰੀ ਲੋਕਾਂ 'ਚ ਹਲਬਲੀ ਜੀ ਮਚਾਉਣੀ ਤੇ ਕਿਸੇ ਨਾ ਕਿਸੇ ਖਾਸ ਮੁੱਦੇ ਤੋਂ ਜਿਵੇਂ ਧਿਆਨ ਹਟਾਉਣਾ ਹੋਵੇ। ਸੋ ਇਸੇ ਲੜੀ ਦੇ ਤਹਿਤ ਜਿਹੜਾ ਨਿੱਤ ਚੱਲਦਾ ਵੀ ਬੰਬ ਰੱਖਤੇ, ਬੰਬ ਚਲਾ ਦਿਆਂਗੇ, ਇਹ ਬਿਲਕੁਲ ਉਵੇਂ ਦੀ ਗੱਲ ਹੀ ਲੱਗਦੀ ਆ ਜਿਹੜੀ ਗੱਲ ਮੈਡਮ ਭੱਠਲ ਨੇ ਕਹੀ ਸੀ। ਤੇ ਇਹਦੇ ਤਹਿਤ ਇੱਕ ਖਬਰ ਚੱਲ ਰਹੀ ਆ ਸਵੇਰ ਤੋਂ ਕਿ ਜੀ ਖਾਲਿਸਤਾਨ ਨੈਸ਼ਨਲ ਆਰਮੀ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਧਮਾਕਾ ਕਰਕੇ ਮੋਦੀ ਤੇ ਅਮਿਤ ਸ਼ਾਹ ਨੂੰ ਕਹਿੰਦੇ ਵੀ 13 ਤਰੀਕ ਨੂੰ, ਪਤਾ ਨਹੀਂ 14 ਨੂੰ ਅਸੀਂ ਮਾਰ ਦੇਣੇ ਆ। ਇਹ ਖਬਰ ਚੱਲ ਰਹੀ ਹੈ ਇੱਥੇ ਚੈਨਲ। ਹੁਣ ਜੇ ਇਹ ਖਬਰ ਇੰਨੀ ਗੰਭੀਰ ਆ ਤਾਂ ਬਹੁਤ ਇੱਥੇ ਅਸਰ ਦਿਖਣਾ ਚਾਹੀਦਾ ਸੀ। ਇਹਨੂੰ ਲਾਈਟਲੀ ਜੇ ਦੱਸਿਆ ਵੀ ਜਾ ਰਿਹਾ ਤੇ ਗੱਲ ਹੋ ਰਹੀ। ਤੋਂ ਭਾਵ ਇਹੀ ਆ ਕਿ ਜਿਹੜੀ ਗੱਲ ਭੱਠਲ ਨੇ ਕਹੀ ਸੀ, ਲੱਗਦਾ ਸਟੇਟ ਸਿਸਟਮ ਨੂੰ ਪਤਾ ਹੈਗਾ ਕਿ ਇਹ ਸਾਡੇ ਹੀ ਕਿਸੇ ਅੰਦਰੋਂ ਗੱਲ ਚੱਲ ਰਹੀ ਹੈ। ਤੇ ਇਹ ਸਾਰੇ ਦੇ ਨਾਲ ਲੋਕਾਂ ਦਾ ਸੋਚਣਾ ਕਿ ਅਸਲ ਵਿੱਚ ਤਾਂ ਮੋਦੀ ਤੰਤਰ ਜਿਨ੍ਹਾਂ ਮੁੱਦਿਆਂ ਤੇ ਫਸਿਆ ਹੋਇਆ, ਐਪਸਟੀਨ ਫਾਈਲ ਤੇ ਜਨਰਲ ਨਰਵਾਣੇ ਵਾਲਾ ਮਸਲਾ ਤੇ ਹੋਰ ਮਸਲੇ ਪਾਰਲੀਮੈਂਟ ਵਾਲੇ,
ਤੇ ਅਮਰੀਕਾ ਦੀ ਜਿਹੜੀ ਸੰਧੀ ਹੋਈ ਆ, ਕਿਉਂਕਿ ਪੰਜਾਬ ਦੇ ਵਿੱਚ ਇੱਥੇ ਕਿਸਾਨ ਜਥੇਬੰਦੀਆਂ ਨੇ ਇਹਦੇ ਖਿਲਾਫ ਜਿਹੜੀ ਅਮਰੀਕਾ ਨਾਲ ਡੀਲ ਹੋਈ ਆ ਉਹਦੇ ਖਿਲਾਫ ਲਾਮਬੰਦੀ ਸ਼ੁਰੂ ਕੀਤੀ ਹੋਈ ਆ। ਸੋ ਪਹਿਲਾਂ ਹੀ ਉਹ ਕਹਿਣ ਲੱਗੇ ਹੋਏ ਨੇ ਕਿ ਜੀ ਬੰਬ ਚੱਲ ਸਕਦਾ ਉੱਥੇ, ਜੀ ਧਮਕੀ ਹੋਗੀ। ਤੇ ਹੋ ਸਕਦਾ ਕਿ ਜੇ ਮਾਹੌਲ ਭਖਿਆ, ਕਿਉਂਕਿ ਦਿਨੋਂ ਦਿਨ ਲੋਕਾਂ 'ਚ ਇਹ ਗੱਲ ਆ ਰਹੀ ਆ ਕਿ ਮੋਦੀ ਜਿਹੜਾ ਹੈ ਉਹਨੇ ਇੰਡੀਆ ਵੇਚਤਾ, ਉਹ ਤਾਂ ਜੀ ਅਮਰੀਕਾ ਦੇ ਥੱਲੇ ਲੱਗ ਗਏ। ਇਸ ਮਾਹੌਲ ਦੇ ਵਿੱਚ ਜੇਕਰ ਇੰਡੀਆ ਲੈਵਲ ਦੇ ਉੱਤੇ ਕੋਈ ਰਿਐਕਸ਼ਨ ਆਇਆ ਤਾਂ ਬੰਬ ਧਮਾਕੇ ਕਰਾਉਣ ਲਈ, ਜਿਵੇਂ ਪਹਿਲੋਂ ਬੀਬੀ ਭੱਠਲ ਕਹਿੰਦੀ ਆ, ਇਹ ਸਿਸਟਮ ਕੋਈ ਨਾ ਕੋਈ ਕਰਤੂਤ ਕਰ ਵੀ ਸਕਦਾ। ਇਹ ਕੋਈ ਵੱਡੀ ਗੱਲ ਨਹੀਂ। ਇਸ ਮੁਲਕ ਦੇ ਵਿੱਚ ਇਹੋ ਜਿਹਾ ਕੰਮ ਪੁਲਵਾਮਾ 'ਚ ਅਟੈਕ ਹੋਇਆ ਹੀ ਸੀ, ਜਾਂ ਜਦੋਂ ਵੀ ਕੋਈ ਵਾਰਦਾਤ ਪਿੱਛੇ ਜਿਹਾ 2 ਮਹੀਨੇ ਪਹਿਲਾਂ ਕਿੰਨਾ ਰੌਲਾ ਪਿਆ ਕਿ ਦਿੱਲੀ 'ਚ ਜੀ ਬਲਾਸਟ ਹੋ ਗਿਆ, ਉਦੋਂ ਇੱਕ ਮੈਡੀਕਲ ਕਾਲਜ ਸੀ, ਉਹਦੇ ਕਿੰਨੇ ਬੰਦੇ ਫੜ ਲਏ, ਅੰਦਰ ਕਰਤੇ, ਮੁੜ ਕੇ ਸਾਰੀ ਗੱਲ ਖਤਮ ਹੋ ਗਈ। ਖੈਰ, ਇਹ ਸਾਰੇ ਕਾਸੇ ਦੇ ਦਰਮਿਆਨ ਇੱਕ ਸਪੋਕਸਮੈਨ ਚੈਨਲ ਦੇ ਉੱਤੇ KPS ਗਿੱਲ ਦੇ ਭਰਾ ਆਖੇ ਜਾਂਦੇ ਡਿੱਕੀ ਗਿੱਲ ਤੇ ਉਹਦੀ ਭਰਜਾਈ ਦੀ ਇੰਟਰਵਿਊ ਆਈ ਹੈ। ਉਹ ਇੰਟਰਵਿਊ ਜਿਹੜੀ ਮੱਕੜ ਨੇ ਇੰਟਰਵਿਊ ਕੀਤੀ ਸੀ 3-4 ਮਹੀਨੇ ਪਹਿਲਾਂ, ਉਹਦੇ ਵਿੱਚ ਜਿਹੜੀਆਂ ਗੜਬੜਾਂ ਹੋਈਆਂ, ਗਲਤੀਆਂ ਹੋਈਆਂ ਇਹਨਾਂ ਤੋਂ, ਗਿੱਲ ਤੇ ਉਹਦੀ ਘਰ ਵਾਲੀ ਤੋਂ, ਉਹਨੂੰ ਮੁੱਖ ਰੱਖਦੇ ਆ ਸੁਧਾਰ ਲਈ ਕੀਤੀ ਸੀ, ਪਰ ਗੱਲ ਬਣੀ ਨਹੀਂ। ਸੋ ਜਿਹੜੀ KPS ਗਿੱਲ ਦੀ ਭਰਜਾਈ ਨੇ ਤੇ ਉਹਦੇ ਭਰਾ ਨੇ ਨਵੀਂ ਇੰਟਰਵਿਊ ਕੀਤੀ ਆ, ਉਹਦੇ ਚ ਸਪੋਕਸਮੈਨ ਵਾਲੀ ਬੀਬੀ ਨੇ ਵੀ ਪਹਿਲਾਂ ਤਾਂ ਬੜਾ ਹੱਲਾ ਜਿਹਾ ਮਾਰਿਆ, ਮੁੜ ਕੇ ਉਹ ਵੀ ਢਿੱਲੀ ਜੀ ਗੱਲ ਕਰਦੇ ਆ। ਤੋਂ ਕਹਿਣ ਤੋਂ ਭਾਵ ਇਹ ਹੈ ਕਿ ਸਿੱਖਾਂ ਨੂੰ ਬੜਾ ਉਲਝਾਇਆ ਜਾ ਰਿਹਾ, ਬੜਾ ਖਪਾਇਆ ਜਾ ਰਿਹਾ, ਬੜਾ ਸਤਾਇਆ ਜਾ ਰਿਹਾ, ਪਰ ਸਿੱਖ ਨਾ ਮੁੱਕੇ ਆ ਕਦੇ, ਨਾ ਮਰੇ ਆ, ਨਾ ਕਦੇ ਖਤਮ ਹੋਏ ਆ। ਕਈ ਜਿਹੜੀਆਂ ਸਲਤਨਤਾਂ ਨੇ ਉਹਨਾਂ ਨੇ ਜ਼ੋਰ ਲਾਇਆ, ਹੁਣ ਵਾਲੇ ਵੀ ਲੱਗੇ ਹੋਏ ਨੇ, ਪਰ ਇਸ ਧਰਤੀ ਉੱਤੇ ਖਾਲਸੇ ਦੇ ਝੰਡੇ ਸਦਾ ਝੂਲਦੇ ਰਹੇ ਨੇ ਤੇ ਝੂਲਦੇ ਰਹਿਣਗੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।